नानक पाद पंकज बंदन पाद पंकज बंदन सिमरो अंगद दोख निकंदन अमरदास गोर हृदय त्यावो हृदय त्यावो श्री गुरु रामदास गुण गावो गुरु अर्जन बेगनन के नासक बेगनन के नासक श्री हर गोबिंद शोभ समाति प्रकाशक गुरु हर राय नमो कर जोरी नमो कर जोरी श्री हर कृष्ण मनाए बहोरी गुरु तेग बहादुर परम कृपाला परम कृपाला श्री गुरु गोबिंद सिंह बिसाला तरों तराम पर पुन पुन सीसा पुन पुन सीसा बंद हो बार बार जगदीसा जिसमें अमृत ज्ञान है मानक भगत बैराग श्री गुरु ग्रंथ साहिब उदत बंदो कर अनुराग श्री गुरु शब्द कमाए जिन जीते पंच विकार तिन संतन को बंधना सिर चरणन पर तार एक अंकारा सतगुरु तेह प्रसाद सच होए वाहिगुरु जी की फतेह विघ्न विनाशन सोए कहा बुद्ध प्रभ तुझ हमारी बरन सकै महिमा जो तेहारी हम ना सकत कर सिफत तुम्हारी आप ले हो तुम कथा सुधारी ज्ञान ध्यान किछ कर्म ना जाना सार ना जाना तेरी सब ते वड्डा सतगुर नानक जिन कल राखी मेरी सब ते वड्डा सतगुर नानक जिन कल राखी मेरी सतनाम श्री वाहिगुरु साहिब जीओ आस सुन कर बच बेदी बरके मैं बोलियो कालू दिश डर के बन कन जो बन जन धन हेतु तुमको भेजियो कृपान केतु आस सुन कर बच बेदी बरके। वाहिगुरु जी का खालसा वाहिगुरु जी की फतेह। पतित पावन भगत वत्सल कृपा दे खजाने जोत रूप जबर शतर तखत दे मालक प्रतख सतगुरु तन तन सतगुरु साहिब श्री गुरु ग्रंथ साहिब जी महाराज दी पावन पवित्र हजूरी विखे मिल जुड़ बैठी गुरु रूप गुरु प्यारी गुरु खालसा साध संगत जियो। आप सारे वडभागी हो सतगुਰਾਂ ਦੀ ਨਿੱਘੀ ਗੋਦ ਵਿੱਚ ਬੈਠ ਕਰਕੇ ਸੋ ਦਰ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਸਰਵਨ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸਾਧ ਸੰਗਤ ਜੀ ਮਹਾਰਾਜ ਜੀ ਫਰਮਾਉਂਦੇ ਹਨ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ। ਸੋ ਮਹਾਰਾਜ ਜੀ ਸੋ ਸਮਝਾਉਂਦੇ ਹਨ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਹਾਇਕ ਹੁੰਦਾ ਹੈ ਭਾਵ ਜਦੋਂ ਕਿਰਪਾ ਬਖਸ਼ਿਸ਼ ਕਰਦਾ ਹੈ ਉਸ ਵੇਲੇ ਕਥਾ ਕੀਰਤਨ ਸੁਖਦਾਈ ਉਹ ਕੁਝ ਕੁ ਸਮਾਂ ਜਿਹੜਾ ਪ੍ਰਾਪਤ ਹੁੰਦਾ ਹੈ ਕਥਾ ਕੀਰਤਨ ਸਰਵਣ ਕਰਨ ਵਾਸਤੇ ਅਤੇ ਨਾਲ ਹੀ ਫਿਰ ਸੁਖ ਪ੍ਰਾਪਤ ਹੁੰਦਾ ਹੈ। ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ।
ਭਾਵ ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰਕੇ ਇਹ ਕੁਛ ਕੁ ਸਮਾਂ ਜਿਹੜਾ ਪ੍ਰਾਪਤ ਹੋਇਆ ਹੈ, ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ, ਇਹ ਜੋ ਸਤਿਗੁਰਾਂ ਨੇ ਆਪ ਜੀ ਨੂੰ ਬਖਸ਼ਿਸ਼ ਕੀਤਾ ਹੈ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਜੀਵਨ ਕਥਾ ਸਰਵਣ ਕਰਨ ਵਾਸਤੇ ਆਪ ਸਾਰੇ ਇਕੱਤਰ ਹੋਏ ਹਾਂ। ਆਪ ਬਹੁਤ ਹੀ ਵਡਭਾਗੀ ਹੋ। ਸੋ ਮਹਾਰਾਜ ਜੀ ਫਿਰ ਅੱਗੇ ਪੰਕਤੀਆਂ ਵਿੱਚ ਵੀ ਫਰਮਾਉਂਦੇ ਹਨ, ਸਾਧ ਸੰਗ ਸਦਾ ਸੁਖ ਪਾਈਐ, ਹਰ ਬਿਸਰ ਨਾ ਕਬਹੂ ਜਾਈ। ਸੋ ਇਹ ਸਾਧ ਸੰਗਤ ਵਿੱਚ ਆ ਕਰਕੇ ਸਦਾ ਸੁਖ ਪਾਈਐ, ਸੋ ਸਦਾ ਵਾਸਤੇ ਆਪਾਂ ਸੁਖ ਪਾਉਂਦੇ ਹਾਂ। ਹਰ ਬਿਸਰ ਨਾ ਕਬਹੂ ਜਾਈ, ਅਤੇ ਸਾਧ ਸੰਗਤ ਦਾ ਪ੍ਰਤਾਪ ਕਰਕੇ ਹਰ ਬਿਸਰ ਨਾ ਕਬਹੂ ਜਾਈ, ਹਰਿ ਅਕਾਲ ਪੁਰਖ ਵਾਹਿਗੁਰੂ ਕਦੇ ਨਹੀਂ ਵਿਸਰਦਾ। ਸੋ ਇਹ ਸਾਧ ਸੰਗਤ ਜੀ, ਸਾਧ ਸੰਗਤ ਦੀ ਕਿਰਪਾ ਹੈ, ਬਖਸ਼ਿਸ਼ ਹੈ ਸਾਧ ਸੰਗਤ ਵਿੱਚ ਆਉਣ ਦੀ। ਰਹੋ ਵਿਚਾਰ ਆਪਾਂ ਪਿਛਲੇ ਪ੍ਰਸੰਗ ਵਿੱਚ ਆਪਾਂ ਸਰਵਨ ਕੀਤਾ ਸੀ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਜੋ ਉਦਾਸ ਬਿਰਤੀ ਸਤਿਗੁਰਾਂ ਨੇ ਧਾਰਨ ਕੀਤੀ ਹੋਈ ਸੀ, ਉਹ ਛੱਡ ਦਿੱਤੀ। ਹੁਣ ਸਤਿਗੁਰੂ ਜੀ ਆਪ ਦੀ ਮੌਜ ਵਿੱਚ ਆਪ ਦੇ ਹੁਕਮ ਅਨੁਸਾਰ ਹੁਣ ਰਾਏਪੁਰ ਦੀ ਤਲਵੰਡੀ ਵਿੱਚ ਵਿਚਰਨ ਲੱਗੇ ਹਨ। ਅਤੇ ਇੱਕ ਦਿਨ ਬਾਬਾ ਕਾਲੂ ਜੀ ਬਹੁਤ ਹੀ ਖੁਸ਼ ਹੋ ਕੇ ਸਤਿਗੁਰਾਂ ਨੂੰ ਬੁਲਾਉਂਦੇ ਹਨ ਅਤੇ ਕਹਿਣ ਲੱਗੇ ਸਤਿਗੁਰਾਂ ਨੂੰ ਵੀ ਤੁਸੀਂ ਪਹਿਲਾਂ ਜਿਹੜੇ ਵੀ ਕੰਮ ਕਾਰ ਤੁਸੀਂ ਸ਼ੁਰੂ ਕੀਤੇ ਹਨ ਉਹ ਸਹੀ ਤਰ੍ਹਾਂ ਨਾਲ ਨਹੀਂ ਕੀਤੇ, ਪਰ ਇਸ ਵਾਰੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਬੜੀ ਪ੍ਰੇਮ ਵਿੱਚ ਆ ਕਰਕੇ, ਨਿਮਰਤਾ ਵਿੱਚ ਆ ਕਰਕੇ ਬਾਬਾ ਕਾਲੂ ਜੀ ਪਿਤਾ ਜੀ ਨੂੰ ਕਹਿੰਦੇ ਹਨ ਕਿ ਪਿਤਾ ਜੀ ਹੁਣ ਜੋ ਵੀ ਤੁਹਾਡਾ ਹੁਕਮ ਹੈ ਉਹ ਆਪਾਂ ਸਹੀ ਤਰ੍ਹਾਂ ਨਾਲ ਕੰਮ ਕਾਰ ਕਰਾਂਗੇ, ਜੋ ਵੀ ਤੁਹਾਡਾ ਹੁਕਮ ਹੈ ਆਪਾਂ ਹੁਣ ਪ੍ਰੇਮ ਨਾਲ ਕਰਾਂਗੇ। ਸੋ ਇਸ ਤਰ੍ਹਾਂ ਫਿਰ ਬਾਬਾ ਕਾਲੂ ਜੀ ਹੁਣ ਸਮਝਣ ਲੱਗ ਗਏ ਕਿ ਹੁਣ ਸਤਿਗੁਰੂ ਜੀ ਉਹਨਾਂ ਦੇ ਅਨੁਸਾਰ ਹੋ ਗਏ ਹਨ, ਅਤੇ ਫਿਰ ਕਹਿੰਦੇ ਹਨ ਸਤਿਗੁਰੂ ਨੂੰ ਇਸ ਤਰ੍ਹਾਂ ਰਹਿ ਦਿੰਦੇ ਹਨ ਕਿ ਹੁਣ ਆਪਾਂ ਤੁਹਾਨੂੰ 20 ਰੁਪਏ ਦੇਵਾਂਗੇ, ਤੁਸੀਂ ਜਾ ਕਰਕੇ ਨਗਰੀ ਦੇ ਬਾਹਰ ਜਾ ਕਰਕੇ ਜਿੱਥੇ ਵੀ ਕੋਈ ਲਾਭਦਾਇਕ ਕੋਈ ਸੌਦਾ ਹੋਵੇ ਤੁਸੀਂ ਉੱਥੇ ਜਾ ਕਰਕੇ ਸੌਦਾ ਕਰਨਾ, ਉੱਥੋਂ ਫਿਰ ਲਾਭ ਪ੍ਰਾਪਤ ਕਰਕੇ ਲਿਆਉਣਾ, ਜਿੰਨਾ ਵੀ ਤੁਹਾਡਾ ਫਿਰ ਪੈਸਾ ਬਣੂਗਾ ਤੁਸੀਂ ਆਪ ਦੇ ਕੋਲ ਆਪ ਦਾ ਰੱਖੀ ਜਾਇਓ, ਆਪ ਦਾ ਧਨ ਕਮਾਉਣਾ ਕਰਿਓ, ਅਤੇ ਫਿਰ ਜਦੋਂ ਫਿਰ ਤੁਹਾਡਾ ਪੈਸਾ ਬਣ ਗਿਆ ਉਦੋਂ ਫਿਰ ਹੋਰ ਬਿਜ਼ਨਸ ਦਾ ਕੰਮ ਸ਼ੁਰੂ ਕਰ ਲਾਂਗੇ। ਸੋ ਇਸੇ ਹੀ ਤਰ੍ਹਾਂ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਪਦੇ ਪਿਤਾ ਦੇ ਹੁਕਮ ਮਨਜ਼ੂਰ ਕਰਕੇ ਨਾਲ ਫਿਰ ਬਾਬਾ ਕਾਲੂ ਜੀ ਨੇ ਜੋ ਭਾਈ ਬਾਲਾ ਜੀ ਕਥਾ ਸੁਣਾ ਰਹੇ ਹਨ, ਉਹ ਫਿਰ ਬਾਲਕ ਰੂਪ ਵਿੱਚ ਉਹਨਾਂ ਨੂੰ ਨਾਲ ਭੇਜਣਾ ਕੀਤਾ ਕਿ ਤੁਸੀਂ ਨਾਲ ਜਾਓ, ਇਹ ਸੱਚਾ ਸੌਦਾ ਦਾ ਕੰਮ ਕਰਨਾ ਕਰੋ। ਸੋ ਉੱਥੇ ਭਾਈ ਬਾਲਾ ਜੀ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਫਿਰ ਤੁਰਦੇ ਹਨ, ਨਗਰੀ ਤੋਂ ਬਾਹਰ ਜਾਂਦੇ ਹਨ, ਅਤੇ ਤੁਰਦੇ ਤੁਰਦੇ ਇੱਕ ਜੰਗਲਾਂ ਵਿੱਚ ਇੱਕ ਆਸ਼ਰਮ ਦੇਖਣਾ ਕਰਦੇ ਹਨ। ਉਹ ਆਸ਼ਰਮ ਉਹ ਹੁੰਦਾ ਹੈ, ਇੱਕ ਡੇਰਾ ਜਿਹਾ ਹੁੰਦਾ ਹੈ ਜਿੱਥੇ ਸਾਧੂ ਉੱਥੇ ਤਪੱਸਿਆ ਕਰਦੇ ਹਨ, ਤੇ ਉਹ ਆਸ਼ਰਮ ਵੇਖ ਕਰਕੇ ਦੋਵੇਂ ਭਾਈ ਬਾਲਾ ਜੀ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਉਹ ਆਸ਼ਰਮ ਵੱਲ ਜਾਂਦੇ ਹਨ। ਜਦੋਂ ਉੱਥੇ ਜਾਂਦੇ ਹਨ ਉੱਥੇ ਵੇਖਦੇ ਹਨ ਕਿ ਬਹੁਤ ਸਾਰੇ ਜੋ ਸਾਧੂ ਉੱਥੇ ਆਪਦੇ ਤਪੱਸਿਆ ਕਰਦੇ ਹਨ, ਵੱਖਰੇ ਵੱਖਰੇ ਸਾਧੂ, ਕਈ ਕੁਛ ਭੋਜਨ ਨਹੀਂ ਛਕਦੇ ਸਾਰਾ ਦਿਨ ਦੇ, ਕਈ ਇੱਕ ਲੱਤ ਤੇ ਖੜੇ ਹੋਏ ਹਨ, ਕਈ ਜਲ ਵਿੱਚ ਬੈਠ ਕੇ ਤਪੱਸਿਆ ਕਰਦੇ ਨੇ। ਇਸ ਤਰ੍ਹਾਂ ਬਹੁਤ ਤਰੀਕੇ ਉਹਨਾਂ ਨੇ ਵੇਖਣਾ ਕੀਤੇ ਜਿੱਥੇ ਉਹ ਸਾਧੂ ਤਪੱਸਿਆ ਕਰਦੇ ਸੀ। ਅਤੇ ਫਿਰ ਜਿਹੜਾ ਮਹੰਤ ਸੀ ਉੱਥੇ ਬੈਠਾ, ਉਹਨਾਂ ਦੇ ਜਾ ਕੇ ਦਰਸ਼ਨ ਕੀਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਪਦੇ ਮਨ ਵਿੱਚ ਸੋਚ ਲਿਆ ਕਿ ਜਿਹੜਾ ਬਾਬਾ ਕਾਲੂ ਜੀ ਨੇ ਸੌਦਾ ਵਾਸਤੇ ਭੇਜਣਾ ਕੀਤਾ, ਬਾਬਾ ਕਾਲੂ ਜੀ ਨੇ ਇਸ ਤਰ੍ਹਾਂ ਕਹਿਣਾ ਕੀਤਾ ਕਿ ਸਭ ਤੋਂ ਜਿਹੜਾ ਭਲਾ ਵਾਲਾ ਸੌਦਾ ਹੈ ਉਹ ਜਾ ਕਰਕੇ ਕਰਨਾ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਭਾਈ ਬਾਲੇ ਨੂੰ ਕਹਿੰਦੇ ਹਨ ਕਿ ਭਾਈ ਬਾਲਿਆ, ਹੁਣ ਜਿਹੜਾ ਸਭ ਤੋਂ ਵਧੀਆ ਸੌਦਾ ਆਪਾਂ ਵੇਖ ਲਿਆ, ਇਹ ਜਿਹੜਾ ਹੱਥਾਂ ਵਿੱਚ ਆ ਗਿਆ ਉਹ ਨਹੀਂ ਛੱਡ ਸਕਦੇ। ਇਹ ਸਾਧੂਆਂ ਦੀ ਆਪਾਂ ਸੇਵਾ ਕਰਨੀ ਹੈ, ਇਹ ਸਾਧੂਆਂ ਦੀ ਆਪਾਂ ਇਹਨਾਂ ਨੂੰ ਕੱਪੜੇ ਲੈ ਕੇ ਦੇਣੇ ਹੈ, ਭੋਜਨ ਲੈ ਕੇ ਦੇਣਾ ਹੈ ਇਹਨਾਂ ਨੂੰ, ਇਹ ਸਭ ਤੋਂ ਵਧੀਆ ਸੌਦਾ ਹੈ, ਇਹ ਸਭ ਤੋਂ ਲਾਭਦਾਇਕ ਸੌਦਾ ਹੈ, ਇਹ ਹੁਣ ਆਪਾਂ ਨਹੀਂ ਛੱਡ ਸਕਦੇ। ਜਿਸ ਤਰ੍ਹਾਂ ਇੱਕ ਸ਼ਹਿਦ ਨੂੰ ਲੱਭਣ ਵਾਲਾ ਅੰਮ੍ਰਿਤ ਉਹਦੇ ਹੱਥ ਵਿੱਚ ਆ ਜਾਵੇ, ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ ਹਨ ਭਾਈ ਬਾਲੇ ਨੂੰ ਕਿ ਹੁਣ ਆਪਾਂ ਇਹਨਾਂ ਦੀ ਸੇਵਾ ਕਰਨੀ ਹੈ, ਸਭ ਤੋਂ ਲਾਭਦਾਇਕ ਸੌਦਾ ਹੈ। ਇਸੇ ਹੀ ਤਰ੍ਹਾਂ ਫਿਰ ਆਪਾਂ ਪਿਛਲੇ ਪ੍ਰਸੰਗ ਵਿੱਚ ਇੱਥੇ ਛੱਡਿਆ ਸੀ। ਹੁਣ ਜਿਹੜੀ ਅੱਗੇ ਕਥਾ ਚੱਲੂਗੀ ਉਹ ਆਪਾਂ ਸਰਵਣ ਕਰੀਏ। ਸਾਰੀ ਸੰਗਤ ਮਨ ਚਿਤ ਬਿਰਤੀਆਂ ਇਕਾਗਰ ਕਰੋ, ਪ੍ਰੇਮ ਸ਼ਰਧਾ ਨਾਲ ਕਥਾ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸ ਸੁਨ ਕਰ ਬਚ ਬੇਦੀ ਬਰਕੇ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਭਾਈ ਬਾਲੇ ਨੂੰ ਕਹਿੰਦੇ ਹਨ ਕਿ ਇਹ ਹੁਣ ਜਿਹੜੇ ਸਭ ਤੋਂ ਲਾਭਦਾਇਕ ਸੌਦਾ ਹੈ, ਇਹ ਆਪਾਂ ਸਮਾਨ ਲੈ ਕਰਕੇ, ਭੋਜਨ ਲੈ ਕਰਕੇ ਇਹ ਸਾਧੂਆਂ ਨੂੰ ਚੜਾਉਣਾ ਹੈ। ਇਸ ਤਰ੍ਹਾਂ ਦੇ ਬੇਦੀ ਕੁਲਾਂ ਦੇ ਨਿਸ਼ਾਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਬਚਨ ਸੁਣ ਕਰਕੇ ਮੈਂ ਬੋਲਿਓ ਕਾਲੂ ਦਿਸ਼ ਡਰ ਕੇ। ਭਾਈ ਬਾਲਾ ਜੀ ਕਥਾ ਸੁਣਾ ਰਿਹਾ ਹੈ ਸਾਰੀ ਸੰਗਤ ਨੂੰ, ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ।
ਸੰਗਤ ਵਿੱਚ ਸੁਣਾਉਂਦਾ ਕਹਿਣ ਲੱਗੇ ਕਿ ਫਿਰ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਸਤਿਗੁਰਾਂ ਨੇ ਮੈਨੂੰ ਇਸ ਤਰ੍ਹਾਂ ਕਹਿਣਾ ਕੀਤਾ, ਮੈਂ ਬਾਬਾ ਕਾਲੂ ਜੀ ਤੋਂ ਡਰ ਕੇ ਮੈਂ ਇਸ ਤਰ੍ਹਾਂ ਫਿਰ ਬਚਨ ਕਹਿਣਾ ਕੀਤਾ ਸਤਿਗੁਰਾਂ ਨੂੰ। ਬਨ ਕਨ ਜੋ ਬਨ ਜਨ ਧਨ ਹੇਤੂ। ਕਿ ਹੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਬਾਬਾ ਕਾਲੂ ਜੀ ਨੇ ਇਸ ਤਰ੍ਹਾਂ ਦਾ ਸੌਦਾ ਨਹੀਂ, ਇਸ ਤਰ੍ਹਾਂ ਸੌਦਾ ਕਰਨ ਵਾਸਤੇ ਨਹੀਂ ਭੇਜਿਆ ਜਿਸ ਤਰ੍ਹਾਂ ਬਾਣੀਏ ਕਰਦੇ ਹਨ, ਜਿਹੜੇ ਉਹ ਦੂਜੇ ਵਪਾਰ ਸੌਦਾ ਜਿਹੜਾ ਬਾਣੀਏ ਕਰਿਆ ਕਰਦੇ ਹਨ, ਉਸ ਤਰ੍ਹਾਂ ਦਾ ਸੌਦਾ ਉਹਨਾਂ ਨੇ ਕਹਿਣਾ ਕੀਤਾ ਹੈ। ਤੁਮ ਕੋ ਭੇਜੋ ਕਿਰਪਾ ਨ ਕੇਤੂ। ਹੇ ਸਤਿਗੁਰੂ ਕਿਰਪਾ ਦੇ ਖਜ਼ਾਨੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ, ਇਹ ਜਿਹੜਾ ਤੁਸੀਂ ਸੌਦੇ ਦੀ ਗੱਲ ਕਰਦੇ ਹੋ ਇਸ ਕਰਕੇ ਨਹੀਂ ਉਹਨਾਂ ਨੇ ਭੇਜਿਆ। ਪੁਨ ਤੁਮ ਜਨ ਕਹੈ ਕਠਨ ਸੁਭਾਉ। ਆਪ ਇਹਨੂੰ ਪਤਾ ਹੀ ਹੈ ਸਤਿਗੁਰੂ ਜੀ, ਤੁਹਾਡੇ ਪਿਤਾ ਦਾ ਸੁਭਾਅ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਗੁਨਹੁ ਆਪ ਮੁਝ ਦੋਸ਼ ਨ ਕਾਉ। ਹੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਫਿਰ ਬਾਅਦ ਵਿੱਚ ਮੈਨੂੰ ਨਾ ਦੋਸ਼ ਲੱਗੇ, ਮੈਨੂੰ ਨਾ ਦੋਸ਼ ਲੱਗੇ। ਪਿਤਾ ਪੁੱਤਰ ਕਰ ਲੇਹੁ ਨ ਬੇਰੋ। ਆਪ ਜੀ ਤੁਹਾਡਾ ਪਿਤਾ ਹੈ, ਤੁਸੀਂ ਪੁੱਤਰ ਹੋ, ਪਿਤਾ ਪੁੱਤਰ, ਫਿਰ ਆਪ ਜਿਹੜਾ ਸਾਰਾ ਝਗੜਾ ਹੋਵੇਗਾ ਉਹ ਨਿਬੇੜ ਲਿਓ। ਮੈਂ ਹੋ ਦਾਸ ਨ ਕਰਹਿ ਸੁਚੇਰੋ। ਹੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ, ਮੈਂ ਤਾਂ ਤੁਹਾਡਾ ਦਾਸ ਹੀ ਹਾਂ, ਮੈਂ ਕੋਈ ਝਗੜਾ ਨਹੀਂ ਚਾਹੁੰਦਾ। ਜਿਉ ਮਨ ਆਏ ਕਰਹੁ ਤਿਉ ਕਾਰਾ। ਹੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ, ਜਿਸ ਤਰ੍ਹਾਂ ਤੁਹਾਡਾ ਮਨ ਕਹਿੰਦਾ ਹੈ ਉਸ ਤਰ੍ਹਾਂ ਹੀ ਤੁਸੀਂ ਕਰਨਾ ਕਰੋ। ਹਉ ਤਉ ਨਿਤ ਰਾਵਰ ਅਨੁਸਾਰਾ। ਮੈਂ ਤਾਂ ਤੁਹਾਡੇ ਅਨੁਸਾਰ ਹੀ ਚੱਲਦਾ ਹਾਂ, ਜਿੱਦਾਂ ਵੀ ਤੁਸੀਂ ਕਹੋਗੇ ਉਸ ਤਰ੍ਹਾਂ ਹੀ ਕਰਾਂਗੇ ਆਪਾਂ। ਖੇਲਤ ਜਬੈ ਬਾਲਕਨ ਮਾਹੀ। ਜਦੋਂ ਬਾਲਕ ਅਵਸਥਾ ਵਿੱਚ ਆਪਾਂ ਖੇਡਿਆ ਕਰਦੇ ਸੀ, ਜਦੋਂ ਤੱਕ ਆਪਾਂ ਖੇਡਦੇ ਹਾਂ, ਤਬ ਹੀ ਸੰਗਤ ਜਿਉ ਮੈਂ ਨਾਹੀ। ਉਦੋਂ ਤੋਂ ਹੀ ਮੈਂ ਤੁਹਾਡੇ ਸੰਗੀ ਸਾਥੀ ਬਣ ਗਿਆ ਸੀ, ਮੈਂ ਤੁਹਾਡਾ ਕਦੇ ਸਾਥ ਨਹੀਂ ਛੱਡਿਆ। ਜਿਉ ਜਿਉ ਮੁਝ ਕੋ ਦੇਤ ਰਜਾਈ। ਜਿਸ ਤਰ੍ਹਾਂ ਤੁਸੀਂ ਮੈਨੂੰ ਹੁਕਮ ਕਰਿਆ ਕਰਦੇ ਸੀ, ਤਿਉ ਤਿਉ ਕਰੋ ਸਦਾ ਸੁਖ ਪਾਈ। ਉਦਾਂ ਹੀ ਕਰਿਆ ਕਰਦਾ ਸੀ ਮੈਂ, ਜਿਸ ਤਰ੍ਹਾਂ ਤੁਸੀਂ ਹੁਕਮ ਕਰਦੇ ਸੀ ਉਦਾਂ ਹੀ ਕਰਦਾ ਸੀ, ਇਸ ਤਰ੍ਹਾਂ ਸੁਖ ਪਾਉਂਦਾ ਸੀ ਮੈਂ। ਕਰਨੋ ਚਿਤ ਕਰੀਏ ਗੁਣ ਉਰਮੈ। ਇਹ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਆਪਦੇ ਹਿਰਦੇ ਵਿੱਚ ਚੰਗੀ ਤਰ੍ਹਾਂ ਨਾਲ ਵਿਚਾਰ ਕਰਕੇ ਜਿਸ ਤਰ੍ਹਾਂ ਤੁਹਾਡਾ ਦਿਲ ਕਰੂਗਾ ਉਸ ਤਰ੍ਹਾਂ ਹੀ ਕਰਨਾ ਕਰਿਓ। ਅਸ ਕਹਿ ਮੈਂ ਦੀਨੋ ਧਨ ਕਰ ਮੈਂ। ਇਸ ਤਰ੍ਹਾਂ ਫਿਰ ਕਹਿ ਕਰਕੇ ਮੈਂ ਜੇ ਭਾਈ ਬਾਲਾ ਜੀ ਕਥਾ ਸੁਣਾ ਰਿਹਾ ਹੈ, ਇਸ ਤਰ੍ਹਾਂ ਕਹਿ ਕਰਕੇ ਮੈਂ ਜਿਹੜੇ 20 ਰੁਪਈਏ ਸੀ ਉਹ ਸਤਿਗੁਰਾਂ ਦੇ ਹੱਥਾਂ ਵਿੱਚ ਫੜਾ ਦਿੱਤੇ। ਕਰ ਮਹਿ ਲੇ ਕਾਰ ਕਿਖ ਥਬ ਹੀ। ਅਤੇ ਉਸ ਵਕਤ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਉਹ 20 ਰੁਪਈਏ ਲੈ ਕਰਕੇ ਗਏ ਮਹੰਤ ਸੰਤ ਜਹ ਸਭ ਹੀ। ਜਿੱਥੇ ਮਹੰਤ ਬੈਠਾ ਹੋਇਆ ਸੀ ਉੱਥੇ ਜਾ ਕਰਕੇ ਸਤਿਗੁਰਾਂ ਨੇ 20 ਰੁਪਈਏ ਉਹਦੇ ਅੱਗੇ ਧਰ ਦਿੱਤੇ। ਕਰ ਬੰਧਨ ਤਿਨਕੇ ਟਿਕ ਬੈਸੇ। ਅਤੇ ਫਿਰ ਉਸ ਵਕਤ ਭਾਈ ਬਾਲਾ ਜੀ ਅਤੇ ਦੋਵੇਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਉੱਥੇ ਜਾ ਕਰਕੇ ਦੋਵੇਂ ਹੱਥ ਜੋੜ ਕਰਕੇ ਮਹੰਤ ਦੇ ਨਮਸਕਾਰਾਂ ਕਰਦੇ ਹਨ। ਕੁੰਭਜ ਨਿਕਟ ਰਘੂਤਮ ਜੈਸੇ। ਅਤੇ ਨਮਸਕਾਰ ਕਰਕੇ ਫਿਰ ਦੋਵੇਂ ਭਾਈ ਬਾਲਾ ਜੀ ਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਉਹ ਮਹੰਤ ਦੇ ਪਾਸ ਬਹਿ ਜਾਂਦੇ ਹਨ। ਮ੍ਰਿਦਲ ਮధుਰ ਕਰੁਣਾ ਸੰਗਸਾਨੀ। ਅਤੇ ਫਿਰ ਬਹੁਤੇ ਹੀ ਜੋ ਕੋਮਲ ਮਿੱਠੇ ਬਚਨ ਕਹਿਣ ਲੱਗੇ। ਬੋਲੇ ਪਰਮ ਮਨੋਹਰ ਬਾਣੀ। ਬਹੁਤੇ ਹੀ ਉੱਚੇ ਜੋ ਸੁੰਦਰ ਬਚਨ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਉਹਦੇ ਨਾਲ ਬਚਨ ਕਰਨ ਲੱਗੇ। ਨਗਨ ਅੰਗ ਦਿਨ ਰੈਨ ਬਿਤਾਵਤ। ਇਹ ਮਹੰਤ ਜੀ ਜਿਹੜੇ ਤੁਹਾਡੇ ਅੰਗ ਹਨ ਤੁਸੀਂ ਨੰਗੇ ਰੱਖਦੇ ਹੋ, ਇਹ ਦਿਨ ਰਾਤ ਇਸ ਤਰ੍ਹਾਂ ਤੁਸੀਂ ਬਤੀਤ ਕਰਦੇ ਹੋ। ਪਹਿਰਤ ਨਹੀਂ ਕਿ ਹਾਥ ਨਾ ਆਵਤ। ਤੁਸੀਂ ਕੋਈ ਕੱਪੜਾ ਨਹੀਂ ਪਾਉਂਦੇ, ਕੋਈ ਕਿਸੇ ਤੋਂ ਕੱਪੜਾ ਲੈਂਦੇ ਨਹੀਂ ਤੁਸੀਂ। ਇਸ ਰਿਤ ਮਹਿ ਤਨ ਸੀਤ ਸੰਤਾਵਤ। ਕਿਉਂ ਕਰਕੇ ਇਸ ਰੁੱਤ ਵਿੱਚ ਜਿਹੜੀ ਸਰਦ ਰੁੱਤ ਹੈ, ਠੰਡੀ ਰੁੱਤ ਹੈ, ਇਹ ਬਹੁਤ ਠੰਡ ਫਿਰ ਦੁੱਖ ਦਿੰਦਾ ਹੈ ਸਰੀਰ ਨੂੰ। ਬਹੁਰੋ ਬਰਖਾ ਉਸਨ ਤਪਾਵਤ। ਤੇ ਫਿਰ ਜਦੋਂ ਬਹੁਤ ਸਾਰੀ ਬਰਖਾ ਹੁੰਦੀ ਹੈ ਬਰਖਾ ਰੁੱਤ ਵਿੱਚ, ਉਦੋਂ ਫਿਰ ਬਰਖਾ ਬਹੁਤ ਪੈਂਦੀ ਹੈ। ਅਤੇ ਫਿਰ ਗਰਮੀ ਰੁੱਤ ਵਿੱਚ ਸਰੀਰ ਨੂੰ ਬਹੁਤ ਗਰਮੀ ਲੱਗਦੀ ਹੈ, ਤਪਸ਼ ਹੁੰਦੀ ਹੈ। ਅਚਵਹੁ ਅਸਨ ਘਿਰਹੁ ਅਨਸਨਾ। ਤੇ ਹੇ ਮਹੰਤ ਜੀ ਤੁਸੀਂ ਨਾਲ ਹੀ ਕਦੇ ਭੋਜਨ ਨਹੀਂ ਛਕਦੇ, ਤੁਸੀਂ ਕਿਉਂ ਬਿਨਾਂ ਭੋਜਨ ਤੋਂ ਆਪਦਾ ਦਿਨ ਬਤੀਤ ਕਰਦੇ ਹੋ। ਦੇਤ ਖੇਦ ਤਨ ਜਿਉ ਬਿਨ ਬਸਨਾ। ਤੁਸੀਂ ਆਪਦੇ ਸਰੀਰ ਨੂੰ ਖੇਤ ਦਿੰਦੇ ਹੋ, ਇਹ ਕਿਉਂ ਕਰਦੇ ਹੋ ਇਸ ਤਰ੍ਹਾਂ? ਤੁਸੀਂ ਕੋਈ ਵਸਤੂ ਪ੍ਰਾਪਤ ਪਦਾਰਥ ਨਹੀਂ ਲੈਂਦੇ। ਪ੍ਰਭਾਵਾਨ ਸੁੰਦਰ ਸਰਬੰਗਾ। ਤੇ ਫਿਰ ਸਤਿਗੁਰੂ ਜੀ ਇਸ ਤਰ੍ਹਾਂ ਸਮਝਾਉਂਦੇ ਹਨ ਕਿ ਇੱਕ ਪਾਸੇ ਤੁਹਾਡੇ ਜਿਹੜੇ ਸਰੀਰ ਹਨ ਬਹੁਤ ਮੋਟੇ ਹਨ, ਭਸਮ ਸੰਗ ਸੋ ਕੀਨ ਕੁਰੰਗਾ। ਤੇ ਇੱਕ ਪਾਸੇ ਫਿਰ ਤੁਸੀਂ ਸਾਰੇ ਆਪਦੇ ਸਰੀਰ ਤੇ ਸਵਾਹ ਮਲ ਕੇ ਫਿਰ ਆਪਦੇ ਚਿੱਟੇ ਸਰੀਰ ਕਰਕੇ ਵਿਗਾੜ ਦਿੰਦੇ ਹੋ ਸਰੀਰ। ਸੰਤ ਰੂਪ ਮਤ ਭਲੋ ਉਤੰਗਾ। ਪਰ ਜਿਹੜੀ ਤੁਹਾਡੀ ਸੋ ਰੂਪ ਹੈ ਇਹ ਸੰਤਾਂ ਦਾ ਰੂਪ ਤੁਸੀਂ ਧਾਰਨ ਕੀਤਾ ਹੋਇਆ। ਮੱਤ ਜਿਹੜੀ ਤੁਹਾਡੀ ਬਹੁਤ ਉੱਚੀ ਹੈ।
ਉੱਤਰ ਦੀਜੈ ਸੰਗ ਉਮੰਗਾ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਹਨ, ਹੇ ਮਹੰਤ ਜੀ, ਬੜੇ ਉਤਸ਼ਾਹ ਦੇ ਸਹਿਤ ਤੁਸੀਂ ਮੈਨੂੰ ਇਹ ਉੱਤਰ ਦੇਣਾ ਕਰੋ। ਰਿਖੀਕੇਸ਼ ਸੁਨ ਬੋਲਿਓ ਬਾਣੀ। ਸੋ ਰਿਖੀਕੇਸ਼ ਜੋ ਰਿਖੀਆਂ ਦਾ ਇੰਦਰ ਹੁੰਦਾ ਹੈ, ਭਾਵ ਸਾਰੇ ਸਾਧੂਆਂ ਦਾ ਜੋ ਮਹੰਤ ਹੈ, ਉਹਨੇ ਫਿਰ ਇਸ ਤਰ੍ਹਾਂ ਬਚਨ ਸੁਣ ਕਰਕੇ ਬੋਲਣ ਲੱਗਿਆ। ਮੁਕਤ ਜੋ ਮਾਰਗ ਤਾ ਰਸਸਾਨੀ। ਜਿਹੜੀ ਮੁਕਤੀ ਦਾ ਮਾਰਗ ਹੈ, ਉਹਦੇ ਰਸ ਭਰੇ ਮਿਲੀ ਬਚਨ ਫਿਰ ਇਸ ਤਰ੍ਹਾਂ ਕਹਿਣਾ ਕੀਤਾ ਸਾਧੂ ਨੇ। ਸਾਧ ਦੇਖ ਜਿਨ ਧਰਿਓ ਸਰੀਰਾ। ਇਹ ਜਿਸੇ ਤੁਸੀਂ ਸਰੀਰ ਦੇਖਦੇ ਹੋ, ਇਹ ਸਾਧੂਆਂ ਦੀ, ਸੋ ਇਹ ਇਸ ਤਰ੍ਹਾਂ ਨਿਵਾਸ ਹੁੰਦਾ ਹੈ ਸਾਧੂਆਂ ਦੀ। ਤਾਂ ਕੋ ਚਹੀਅਤ ਸੰਜਮ ਚੀਰਾ। ਤੇ ਜਿਹੜੇ ਆਪਾਂ ਕੱਪੜੇ, ਸੰਜਮ ਰੂਪੀ ਕੱਪੜੇ ਆਪਾਂ ਇਸ ਤਰ੍ਹਾਂ ਦੇ ਚਾਹੁੰਦੇ ਹਾਂ, ਪਦਾਰਥਾਂ ਵੱਲ ਨਹੀਂ ਪ੍ਰੇਮ ਕਰਦੇ ਆਪਾਂ। ਬਹੁਰ ਸੁਨਹੁ ਭੋਜਨ ਕੀ ਰੀਤੀ। ਤੇ ਇਹ ਜਿਹੜੀ ਤੁਸੀਂ ਭੋਜਨ ਦੀ ਗੱਲ ਕੀਤੀ ਆ ਵੀ ਆਪਾਂ ਭੋਜਨ ਨਹੀਂ ਖਾਂਦੇ, ਇਹਦੀ ਵੀ ਰੀਤੀ ਤੁਸੀਂ ਸਰਵਣ ਕਰੋ। ਜੇ ਹਮ ਜਾਚੈ ਹੋਤ ਅਨੀਤੀ। ਆਪਾਂ ਇਸ ਤਰ੍ਹਾਂ ਕਰਦੇ ਹਾਂ, ਜੇ ਆਪਾਂ ਜਾ ਕਰਕੇ ਲੋਕਾਂ ਤੋਂ ਮੰਗੀਏ ਭੋਜਨ, ਜਾ ਕਰਕੇ ਮੰਗਤੇ ਬਣੀਏ, ਫਿਰ ਇਹ ਅਜੋਗ ਜਿਹਾ ਕੰਮ ਹੁੰਦਾ ਹੈ। ਸਿੰਘਾਸਨ ਸੰਤੋਖ ਸੁਹਾਵਾ। ਆਪਾਂ ਸੰਤੋਖ ਰੂਪੀ ਸਿੰਘਾਸਨ ਤੇ ਸਜੇ ਹੋਏ ਹਾਂ, ਆਪਾਂ ਸੰਤੋਖ ਬਿਰਤੀ ਵਿੱਚ ਰਹਿੰਦੇ ਹਾਂ, ਜਿਹੜਾ ਵੀ ਕੁਝ ਆਉਂਦਾ ਉਹ ਵਰਤ ਲੈਂਦੇ ਹਾਂ, ਸੰਤੋਖ ਬਿਰਤੀ ਵਿੱਚ ਰਹਿੰਦੇ ਹਾਂ। ਤਾਂ ਪਰ ਬੈਸ ਪਰਮ ਸੁਖ ਪਾਵਾ। ਤੇ ਇਸ ਤਰ੍ਹਾਂ ਫਿਰ ਬਤੀਤ ਕਰਕੇ ਜ਼ਿੰਦਗੀ ਆਪਾਂ ਸੁਖ ਪਾਉਂਦੇ ਹਾਂ। ਪਰਾ ਲਬਦ ਸੋ ਦਾਸ ਹਮਾਰੀ। ਜਿਹੜਾ ਸਾਰਾ ਪਰਾ ਲਬਦ ਹੈ, ਭਾਵ ਪੂਰਬਲੇ ਕਰਮ, ਜਿਹੜੇ ਪਿਛਲੇ ਕਰਮ ਹਨ, ਉਹ ਸਾਡੀ ਦਾਸੀ ਹੈ। ਸੇਵਾ ਕਰਹਿ ਅਨੇਕ ਪ੍ਰਕਾਰੀ। ਤੇ ਜਿਹੜੇ ਵੀ ਸਾਡਾ ਪੂਰਬਲਾ ਕਰਮ ਜਪਾਵ ਜੋ ਪਰਾ ਲਬਦ ਹੈ, ਜੇ ਉਹ ਕੋਈ ਸੇਵਕ ਨੂੰ ਪ੍ਰੇਰਨਾ ਕਰਕੇ, ਜੇ ਉਹ ਵੀ ਕੋਈ ਭੋਜਨ ਜੋ ਕੱਪੜਾ ਵਗੈਰਾ ਲਿਆਉਂਦੇ ਹਨ, ਸੁਪਟ ਸੰਗ ਬਹੁ ਬਿਦ ਤਪ ਤਾਪਨ। ਤੇ ਫਿਰ ਆਪਾਂ ਉਹ ਲੈ ਲੈਂਦੇ ਹਾਂ। ਮੋਹ ਨਿਰਪਤ ਕੀ ਪ੍ਰਤਨਾ ਖਾਪਨ। ਪਰ ਆਪਾਂ ਹੋਰ ਕਿਸੇ ਪਾਸੇ ਪ੍ਰੇਮ ਨਹੀਂ ਰੱਖਦੇ। ਸਤ ਕੋ ਛਤਰ ਸੀਸ ਪਰ ਝੂਲੰ। ਤੇ ਫਿਰ ਜਿਹੜਾ ਸੋ ਆਪਾਂ ਫਿਰ ਇਸ ਤਰ੍ਹਾਂ ਤਪੱਸਿਆ ਕਰਦੇ ਕਰਦੇ ਆਪਾਂ ਇਹ ਸੋ ਚੰਗੇ ਗੁਣਾਂ ਦੇ ਇੱਕ ਭਾਵ ਸੂਰਮੇ ਬਣਾਉਂਦੇ ਹਾਂ। ਸੂਰਮੇ ਬਣਾ ਕਰਕੇ ਜਿਹੜੇ ਮਾੜੇ ਔਗਣ ਹਨ ਸਾਡੇ, ਸੋ ਮੋਹ ਰਾਜਾ ਹੁੰਦਾ ਹੈ, ਤੇ ਜਿਹੜੇ ਦੂਸਰੇ ਵੀ ਔਗਣ ਹੁੰਦੇ ਹਨ, ਨਿੰਦਾ, ਚੁਗਲੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਜਿਹੜੇ ਔਗਣ ਹਨ, ਆਪਾਂ ਆਪਦੇ ਚੰਗੇ ਗੁਣਾਂ ਦੇ ਸੋ ਤਪੱਸਿਆ ਕਰਕੇ ਸੂਰਮੇ ਬਣਾ ਕਰਕੇ ਇਹਨਾਂ ਦਾ ਮੁਕਾਬਲਾ ਕਰਦੇ ਹਾਂ। ਸਤ ਕੋ ਛਤਰ ਸੀਸ ਪਰ ਝੂਲੰਗ। ਸਤ ਸਰੂਪ ਬਣ ਕਰਕੇ ਇਹ ਜਿਹੜਾ ਛਤਰ ਸਾਡੇ ਸਿਰਾਂ ਤੇ ਝੁਲਦਾ ਹੈ, ਫਿਰ ਜਾਸ ਬਿਲੋਕ ਦਬਤ ਪ੍ਰਤਕੂਲੰ। ਅਤੇ ਜਿਹੜੇ ਸਾਡੇ ਔਗਣ ਹਨ, ਫਿਰ ਔਗਣ ਜਦੋਂ ਆ ਕਰਕੇ ਇਹ ਡਰ ਜਾਂਦੇ ਹਨ ਸਤ ਰੂਪੀ ਸੋ ਛਤਰ ਵੇਖ ਕਰਕੇ। ਅਬ ਚਲ ਜਬ ਕੋ ਅਸ ਸੁਖ ਪਾਇੰ। ਤੇ ਇਸ ਤਰ੍ਹਾਂ ਫਿਰ ਆਪਾਂ ਸੋ ਜ਼ਿੰਦਗੀ ਬਤੀਤ ਕਰਕੇ ਸੁਖ ਪਾਉਂਦੇ ਹਾਂ। ਅਨਤ ਨ ਤਬ ਕੋ ਮਨ ਬਿਰਮਾਇੰ। ਅਤੇ ਫਿਰ ਬਹੁਤਾ ਆਪਾਂ ਹੋਰ ਪਦਾਰਥਾਂ ਵਿੱਚ ਪ੍ਰੇਮ ਨਹੀਂ ਰੱਖਦੇ। ਸੰਤ ਉਕਤ ਕੀ ਸੁਨ ਕਰ ਜੁਗਤੰ। ਸੋ ਇਸ ਤਰ੍ਹਾਂ ਦੀ ਜੁਗਤੀ ਸੰਤ ਪਾਸੋਂ, ਮਹੰਤ ਪਾਸੋਂ ਜਦੋਂ ਸਤਿਗੁਰਾਂ ਨੇ ਸਰਵਨ ਕੀਤੀ ਹੈ। ਹਰਖਤ ਸ੍ਰੀ ਨਾਨਕ ਬਚਨੁਕਤੰ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਬਹੁਤ ਹੀ ਖੁਸ਼ੀ ਪ੍ਰਸੰਨ ਹੋਏ ਤੇ ਫਿਰ ਕਹਿਣ ਲੱਗੇ, ਰਾਵਰ ਨਾਮ ਸੁਨਨ ਅਬਲਾਖਾ। ਇਹ ਮਹੰਤ ਜੀ, ਮੇਰੀ ਬਹੁਤੀ ਇੱਛਾ ਹੈ, ਤੁਹਾਡਾ ਨਾਮ ਕੀ ਹੈ? ਤੁਸੀਂ ਨਾਮ ਦੱਸਣਾ ਕਰੋ। ਤੁਮਹੁ ਧਨ ਪਰਮ ਦਿੜ ਰਾਖਾ। ਤੁਸੀਂ ਬਹੁਤ ਹੀ ਧਨਤਾ ਦੇ ਯੋਗ ਹੋ, ਆਪਦੇ ਧਰਮ ਵਿੱਚ ਤੁਸੀਂ ਪਰਪੱਕ ਰਹੇ ਹੋ, ਧਰਮ ਤੁਸੀਂ ਤਿਆਰ ਬਰ ਤਿਆਰ ਰਹੇ ਹੋ ਧਰਮ ਵਿੱਚ। ਕਿਆ ਆਸਾ ਇੱਕ ਏਕੰਕਾਰੀ। ਉਸ ਇੱਕ ਅਦਵੈਤ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਦਾ ਪਾਲਣਾ ਕਰਨ ਵਾਲਾ ਹੈ, ਸਤ ਚਿਤ ਆਨੰਦ ਸਰੂਪ ਹੈ, ਤੁਸੀਂ ਉਹਦੀ ਆਸਾ ਰੱਖਦੇ ਹੋ। ਪਰ ਬ੍ਰਿਤ ਤਜ ਨਿਰਬ੍ਰਤ ਭਗਤਾਰੰ। ਸੋ ਪਰ ਬ੍ਰਿਤ ਭਾਵ ਜਿਹੜੀ ਗ੍ਰਸਤੀ ਦਾ ਜਿਹੜਾ ਜੀਵਨ ਹੈ ਉਹ ਤਿਆਗ ਕਰਕੇ, ਜਿਹੜੀ ਨਿਰਬ੍ਰਿਤੀ, ਸੋ ਇਹ ਸਾਧੂਆਂ ਦੀ ਤਿਆਗੀ ਬਿਰਾਗੀ ਤੁਸੀਂ ਸੁਭਾਅ ਧਾਰਨ ਕੀਤਾ ਹੈ। ਸੁਮਤ ਅਗਾਤੀ ਸੰਤ ਸੁਚਾਲੀ। ਤੁਹਾਡੀ ਸ੍ਰੇਸ਼ਟ ਮਤ ਤੁਸੀਂ ਧਾਰਨ ਕੀਤੀ ਹੈ, ਤੁਸੀਂ ਸ੍ਰੇਸ਼ਟ ਚਾਲ ਚੱਲੀ ਹੋਈ ਹੈ ਤੁਸੀਂ ਸੰਤਾਂ ਨੇ। ਸ਼ਾਂਤ ਲਤਾ ਭਲ ਬਿਦ ਪ੍ਰਤਪਾਲੀ। ਜਿਹੜਾ ਸ਼ਾਂਤ ਰੂਪੀ ਭੇਦ ਹੈ ਤੁਸੀਂ ਉਹ ਬਹੁਤ ਹੀ ਪਾਲਣਾ ਕੀਤੀ ਹੈ ਉਹਦੀ। ਪੁਨ ਭਾਖਤ ਮਹੰਤ ਸ਼ੁਭ ਬਾਣੀ। ਸੋ ਉਸ ਵਕਤ ਫਿਰ ਸਤਿਗੁਰਾਂ ਦੇ ਬਚਨ ਸੁਣ ਕਰਕੇ ਮਹੰਤ ਵੀ ਫਿਰ ਬਚਨ ਕਰਨ ਲੱਗਿਆ। ਕੀ ਕਹਿਣ
ਕਹਿਣ ਲੱਗਿਆ। ਬਹੁਤ ਹਿੰਮਤ ਤੁਮ ਹੋ ਗੁਣ ਖਾਨੀ। ਕਹਿਣ ਲੱਗਾ ਕਿ ਹੇ ਬਾਲਕ ਗੁਰੂ ਨਾਨਕ ਦੇਵ ਸਾਹਿਬ ਜੀ, ਤੁਹਾਡੀ ਬਹੁਤ ਹੀ ਸ੍ਰੇਸ਼ਟ ਮੱਤ ਹੈ, ਤੁਸੀਂ ਗੁਣਾਂ ਦੇ ਖਜ਼ਾਨੇ ਹੋ। ਬੈਸ ਕਿਸ਼ੋਰ ਵਿਖੈ ਅਪਮਾਨੀ। ਛੋਟੀ ਹੀ ਉਮਰ ਵਿੱਚ ਤੁਸੀਂ ਇਹ ਜਿਹੜੀ ਵਿਸ਼ੇ ਵਿਕਾਰ ਤੁਸੀਂ ਇਹਨਾਂ ਦੀ ਅਪਮਾਨ ਕਰ ਦਿੱਤਾ ਹੈ। ਸਤ ਸੰਗਤ ਪਰ ਸੁਮਤ ਲੁਬਾਨੀ। ਜਿਹੜੀ ਤੁਹਾਡੀ ਸਤ ਸੰਗਤ ਹੈ, ਤੁਸੀਂ ਸ੍ਰੇਸ਼ਟ ਮਤ ਦੇ ਕਰਕੇ ਉਹਨਾਂ ਨੂੰ ਲੁਭਾਇਮਾਨ ਕਰ ਦਿੰਦੇ ਹੋ। ਸੰਤ ਰੇਨ ਹੈ ਨਾਮ ਹਮਾਰਾ। ਇਹ ਬਾਲਕ ਗੁਰੂ ਨਾਨਕ ਦੇਵ ਸਾਹਿਬ ਜੀ, ਮੇਰਾ ਨਾਮ ਹੈ ਸੰਤ ਰੇਨ। ਸ੍ਰੀ ਗੁਰ ਬਚਸੋਂ ਧਰਿਓ ਸੁਧਾਰਾ। ਜਿਹੜਾ ਮੇਰਾ ਗੁਰੂ ਸੀ, ਉਹਨੇ ਇਹ ਬਹੁਤ ਹੀ ਸੁਧਾਰ ਕਰਕੇ ਵਿਚਾਰ ਕਰਕੇ ਮੇਰਾ ਨਾਮ ਰੱਖਣਾ ਕੀਤਾ ਹੈ ਸੰਤ ਰੇਨ। ਹਾਂਜੀ। ਦੀਨ ਗਰੀਬੀ ਕੋ ਸਿਰ ਪਾਉ। ਤੇ ਪਹਿਲਾਂ ਤੋਂ ਹੀ ਇਹਨਾਂ ਨੇ ਜੋ ਮੇਰੇ ਗਰੀਬੀ ਰੂਪੀ ਸਿਰੋਂ ਪਾਉ ਮੇਰੇ ਤੇ ਪਾ ਦਿੱਤਾ ਹੈ, ਗਰੀਬੀ ਰੂਪੀ। ਸੋ ਜਸ ਜਾਸ ਬਹੁ ਵਦਤ ਪ੍ਰਭਾਉ। ਤੇ ਇਸੇ ਗਰੀਬੀ ਨਿਮਰਤਾ ਕਰਕੇ ਮੇਰਾ ਬਹੁਤਾ ਹੀ ਜਸ ਹੁੰਦਾ ਹੈ, ਮੇਰਾ ਤੇਜ ਪ੍ਰਤਾਪ ਹੈ। ਹਿਰਦੇ ਪ੍ਰਸੀਦੇ ਸੁਨ ਕਰ ਨਾਮੂ। ਤੇ ਇਸ ਦਾ ਨਾਮ ਸੁਣ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਹਿਰਦੇ ਵਿੱਚ ਬਹੁਤ ਹੀ ਪ੍ਰਸੰਨ ਹੋਏ। ਜਿਉ ਕਵ ਉਕਤ ਸੁਨਤ ਮਤ ਧਾਮੂ। ਤੇ ਕਿਸ ਤਰ੍ਹਾਂ ਪ੍ਰਸੰਨ ਹੋਏ, ਜਿਸ ਤਰ੍ਹਾਂ ਇੱਕ ਕਵੀ ਇੱਕ ਵਿਦਵਾਨ ਪੁਰਸ਼ ਕਵੀ ਦੀ ਰਚਨਾ ਸੁਣ ਕਰਕੇ ਪ੍ਰਸੰਨ ਹੁੰਦਾ ਹੈ, ਇਸ ਤਰ੍ਹਾਂ ਸਤਿਗੁਰੂ ਜੀ ਬਹੁਤ ਹੀ ਖੁਸ਼ ਹੋਏ। ਮੁਝ ਸੋ ਕਹਿਣ ਲੱਗੇ ਤਿਹ ਕਾਲਾ। ਅਤੇ ਫਿਰ ਕਹਿਣ ਲੱਗੇ, ਹਾਂਜੀ, ਤਜਿਓ ਨ ਜਾਏ ਬਨਜ ਇਹ ਬਾਲਾ। ਅਤੇ ਫਿਰ ਉਸ ਵਕਤ ਮੁਝ ਮੈਂ ਕਹਿਣ ਲੱਗੇ ਤੇ ਕਾਲਾ, ਉਸ ਵਕਤ ਤਜਿਓ ਨਾ ਜਾਏ ਬਨਜ ਇਹ ਬਾਲਾ, ਪਾਏ ਬਾਲਿਆ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ ਵੀ ਪਾਏ ਬਾਲਿਆ, ਇਹ ਜਿਹੜਾ ਵਣਜ ਵਪਾਰ ਸਾਡੇ ਹੱਥਾਂ ਵਿੱਚ ਆ ਗਿਆ ਹੈ, ਇਹ ਨਹੀਂ ਛੱਡਣ ਯੋਗ ਹੈ, ਨਹੀਂ ਛੱਡ ਸਕਦੇ ਹੁਣ। ਕਰਤੇ ਧਨ ਤਰ ਅਗਰ ਮਹੰਤਾ। ਕਿ ਇਹ ਜਿਹੜੇ ਮਹੰਤ ਹਨ, ਇਹਨਾਂ ਦੀ ਹੁਣ ਜਾ ਕੇ ਭੋਜਨ ਲੈ ਕਰਕੇ ਇਹਨਾਂ ਨੂੰ ਭੋਜਨ ਛਕਾਉਣਾ ਹੈ। ਅਸਨ ਕਰਾਵੋ ਕਹਿ ਜਗ ਕੰਤਾ। ਤੇ ਮਹੰਤਾਂ ਨੂੰ ਕਹਿਣ ਲੱਗੇ ਸਤਿਗੁਰੂ ਜੀ ਕਿ ਜਿਹੜੀ ਤੁਹਾਡੀ ਸਾਰੀ ਰੀਤੀ ਹੈ ਆਪਾਂ ਪਛਾਣ ਲਈ ਹੈ ਹੁਣ। ਹਮ ਨਹਿ ਤੁਮਰੀ ਸਭ ਵਿਦ ਜਾਨੀ। ਇਹ ਜਿਹੜੀ ਤੁਹਾਡੀ ਵਿਧੀ ਹੈ ਇਹ ਸਾਰੀ ਜਾਣ ਲਈ ਹੈ, ਸਤਿਗੁਰੂ ਜੀ ਕਹਿਣ ਲੱਗੇ। ਕਰਤ ਨ ਪ੍ਰਾਰਥਨਾ ਗੁਨਹਾਨੀ। ਤੁਸੀਂ ਮੰਗਦੇ ਤਾਂ ਨਹੀਂ ਹੈਗੇ, ਸੋ ਬੇਨਤੀ ਰੂਪ ਨਹੀਂ ਮੰਗਦੇ ਤੁਸੀਂ। ਬਿਨ ਜਾਚੇ ਸਾਦਰ ਜੋ ਦੇਈ। ਪਰ ਜੇ ਬਿਨਾ ਮੰਗੇ ਤੋਂ ਕੋਈ ਆਦਰ ਸਤਿਕਾਰ ਨਾਲ ਤੁਹਾਨੂੰ ਕੋਈ ਪਦਾਰਥ ਭੋਜਨ ਦੇ ਦਵੇ, ਤਾ ਕੋ ਰੁਚ ਸੋ ਅਚਨ ਕਰੇਈ। ਫਿਰ ਤੁਸੀਂ ਬਹੁਤ ਹੀ ਰੁਚੀ ਨਾਲ ਫਿਰ ਤੁਸੀਂ ਉਹ ਲੈ ਕਰਕੇ ਛਕ ਲੈਂਦੇ ਹੋ। ਅਬਹ ਪਠਾਏ ਸ੍ਰੀ ਕਰਤਾਰਾ। ਬਸ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ ਮਹੰਤ ਨੂੰ ਕਿ ਤੁਸੀਂ ਇਸ ਤਰ੍ਹਾਂ ਜਾਣ ਨਾ ਕਰੋ, ਆਪਾਂ ਭੋਜਨ ਲਿਆ ਕਰਕੇ, ਇਹ ਭੋਜਨ ਸ੍ਰੀ ਕਰਤਾਰ ਤੋਂ ਹੀ ਆਇਆ ਹੈ, ਅਕਾਲ ਪੁਰਖ ਵਾਹਿਗੁਰੂ ਤੋਂ। ਲੈ ਕਰ ਸੁਖ ਸੋ ਕਰੋ ਆਹਾਰਾ। ਸੋ ਇਸ ਤਰ੍ਹਾਂ ਫਿਰ ਇਹ ਛਕ ਕਰਕੇ ਇਹ ਤੋਂ ਫਿਰ ਸੁਖ ਪ੍ਰਾਪਤ ਕਰਿਓ। ਕਹਿ ਮਹੰਤ ਲਗ ਬੈਸ ਕੁਲੀਨੰ। ਤੇ ਫਿਰ ਉਸ ਵਕਤ ਜਿਹੜਾ ਮਹੰਤ ਸੀ ਉਹ ਕਹਿਣ ਲੱਗਿਆ ਸਤਿਗੁਰਾਂ ਨੂੰ ਕਿ ਤੁਹਾਡੀ ਬਹੁਤੀ ਹੀ ਛੋਟੀ ਉਮਰ ਹੈ, ਪਰ ਜਿਹੜਾ ਤੁਹਾਡਾ ਸੁਭਾਅ ਹੈ ਮੈਨੂੰ ਬਹੁਤ ਚੰਗਾ ਲੱਗਿਆ। ਤਬ ਵਿਵਹਾਰੰ ਜਨਕ ਅਧੀਨੰ। ਪਰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੁਹਾਡੇ ਪਿਤਾ ਨੇ ਤੁਹਾਨੂੰ ਇਹ ਵਪਾਰ ਕਰਨ ਲਈ ਭੇਜਿਆ ਹੈ। ਪਠਿਓ ਕਾਜ ਕਹਿ ਤੋਹਿ ਵਿਚਾਰੀ। ਸੋ ਮੈਨੂੰ ਤਾਂ ਲੱਗਦਾ ਹੈ ਕੋਈ ਤੁਹਾਡੇ ਪਿਤਾ ਨੇ ਵਿਚਾਰ ਕਰਕੇ ਕੋਈ ਕੰਮ ਕਾਰਜ ਲਈ ਭੇਜਿਆ ਹੋਣਾ ਹੈ। ਜਾਹੋ ਸ਼ੂਸ਼ਤ ਦੇਹੁ ਨਿਕਾਰੀ। ਜੇ ਤੁਸੀਂ ਖਾਲੀ ਹੱਥ ਘਰੇ ਜਾਓ ਫਿਰ ਤੁਹਾਡਾ ਪਿਤਾ ਤੁਹਾਨੂੰ ਘਰੋਂ ਕੱਢ ਦੂਗੇ। ਸੁਨੋ ਸੰਤ ਮੈਂ ਪਿਤਾ ਨਿਦੇਸਾ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ, ਸੁਣੋ ਮਹੰਤ ਜੀ, ਮੈਂ ਆਪਦੇ ਪਿਤਾ ਦੇ ਆਗਿਆਕਾਰ ਹੀ ਕਰ ਰਿਹਾ ਸਾਰਾ ਕੁਝ। ਸੋ ਕੀਨੋ ਜਿਸ ਲਾਭ ਵਿਸ਼ੇਸ਼ਾ। ਉਹਨਾਂ ਨੇ ਕਹਿਣਾ ਕੀਤਾ ਸੀ ਕਿ ਸਭ ਤੋਂ ਲਾਭਦਾਇਕ ਵਪਾਰ ਲੱਭਣਾ ਹੈ। ਮੁਝ ਸੋ ਕਹਿਓ ਬਨਜ ਸੋ ਕਰੀਏ। ਉਹਨਾਂ ਨੇ ਇਸ ਤਰ੍ਹਾਂ ਕਹਿਣਾ ਕੀਤਾ, ਸਭ ਤੋਂ ਲਾਭਦਾਇਕ ਵਣਜ ਵਪਾਰ ਕਰਕੇ ਹੋਣਾ ਹੈ। ਜਾਂ ਤੇ ਅਨੰਤ ਨ ਭਲੋ ਵਿਚਰੀਏ। ਤੇ ਹੁਣ ਤਾਂ ਇਹੀ ਸਭ ਤੋਂ ਮੈਨੂੰ ਭਲਾ ਵਾਲਾ ਵਪਾਰ ਲੱਗਦਾ ਹੈ, ਇਹੀ ਸਭ ਤੋਂ ਲਾਭਦਾਇਕ ਵਪਾਰ ਹੈ। ਬਾਣੀ ਸੁਣੀ ਸੋ ਧੀਰ ਮਹੰਤਾ। ਇਸ ਤਰ੍ਹਾਂ ਦੀ ਸੋ ਧੀਰਜ ਹੌਸਲਾ ਵਾਲੀ ਬਾਣੀ ਬਚਨ ਸੁਣ ਕਰਕੇ ਸਤਿਗੁਰਾਂ ਦੇ ਜਿਹੜਾ ਮਹੰਤ ਸੀ ਕਹਿਓ ਜੇ ਤਵ ਔਰ ਇਹ ਡਿਡ ਮੰਤਾ। ਕਹਿਣ ਲੱਗਿਆ ਸਤਿਗੁਰਾਂ ਨੂੰ ਕਿ ਜੇ ਤੁਸੀਂ ਆਪਦੇ ਮਨ ਵਿੱਚ ਇਹ ਸਲਾਹ ਪੂਰੀ ਪੱਕੀ ਕਰ ਲਈ ਹੈ, ਲੈ ਜਾਵੋ ਤਨ ਨਿਜ ਕਹਿ ਨਗਰੀ। ਜੇ ਆਪਦੇ ਮਨ ਵਿੱਚ ਪੂਰੀ ਸਲਾਹ ਪੱਕੀ ਕਰ ਲਈ ਹੈ, ਫਿਰ ਇਹ ਜਿਹੜੇ 20 ਰੁਪਏ ਤੁਸੀਂ ਰੱਖੇ ਹਨ
ਇਹ ਲੈ ਕਰਕੇ ਤੁਸੀਂ ਨਗਰੀ ਚੋਂ ਥੋੜਾ ਬਾਹਰ ਜਾ ਕਰਕੇ ਭੋਜਨ ਸੌਜ ਆਨ ਦੇਹੁ ਸਗਰੀ। ਸੋ ਨਗਰੀ ਵਿੱਚ ਜਾ ਕਰਕੇ ਉੱਥੇ ਜਾ ਕਰਕੇ ਤੁਸੀਂ ਭੋਜਨ ਲੈਣਾ ਕਰੋ। ਸੁਨੇ ਸਰਵਨ ਸੰਤਨ ਕੇ ਬੈਨਾ। ਸੋ ਇਸ ਤਰ੍ਹਾਂ ਦੇ ਫਿਰ ਮਹੰਤ ਦੇ ਬਚਨ ਸੁਣ ਕਰਕੇ ਨਗਰ ਦਿਸ਼ਾ ਗਮਨੇ ਗੁਣ ਐਨਾ। ਗੁਣਾਂ ਦੇ ਖਜ਼ਾਨੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਤੇ ਭਾਈ ਬਾਲਾ ਜੀ ਫਿਰ ਉਸ ਨਗਰ ਵਿੱਚ ਗਏ। ਉੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਸੱਚੇ ਸੌਦਾ ਵਾਲਾ, ਤੇ ਉੱਥੇ ਫਿਰ ਜਾ ਕਰਕੇ ਸੋ ਨਗਰੀ ਵਿੱਚ ਉਹ ਲਿਆਉਂਦੇ ਹਨ। ਲੈ ਬਿਪਨੀ ਤੇ ਚੂਨ ਮਹੀਨਾ। ਉੱਥੇ ਜਾ ਕਰਕੇ ਆਟਾ ਮੰਡੀ ਵਿੱਚ ਜਾਂਦੇ ਹਨ। ਤੇ ਹਿਤ 5 ਰਜਤ ਪਨ ਦੀਨਾ। ਇਸੇ ਤਰ੍ਹਾਂ ਫਿਰ ਸੋ 5 ਰੁਪਏ ਦਾ ਆਟਾ ਫਿਰ ਖਰੀਦ ਲੈਂਦੇ ਹਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਅਤੇ ਭਾਈ ਬਾਲਾ ਜੀ। ਸੂਖਮ ਚਾਵਰ 4 ਲੰਮੇਰੇ। ਸੋ ਆਟਾ ਖਰੀਦ ਕਰਕੇ ਫਿਰ ਜਿਹੜੇ ਲੰਮੇ ਚੌਲ ਵਧੀਆ ਜਿਹੇ ਚੌਲ ਲੈਂਦੇ ਹਨ। ਤੇ ਸਮ ਲੈ ਕਰ ਭਾਰ ਬੰਦੇ ਰੇ। ਸੋ ਉਹ ਵੀ ਫਿਰ 5 ਰੁਪਏ ਦੇ ਖਰੀਦਦੇ ਹਨ। ਸੋ ਉਹ 10 ਰੁਪਏ ਹੋ ਗਏ ਹਨ। ਲੀਨ 3 ਕੋ ਕ੍ਰਿਤ ਨਵੀਨਾ। ਅਤੇ ਫਿਰ ਉਸ ਤੋਂ ਬਾਅਦ ਫਿਰ ਨਵਾਂ ਜਿਹਾ ਘਿਓ ਉਹ ਫਿਰ ਲੱਗ ਜਾ ਕਰਕੇ ਲੈਂਦੇ ਹਨ। 3 ਰੁਪਏ ਲਾਉਂਦੇ ਹਨ। ਸਿਤਾ ਸਵੇਤ ਤਾ ਕੇ ਸਮਲੀਨਾ। ਸੋ ਆਟਾ ਲੈ ਕਰਕੇ ਚੌਲ ਲੈ ਕਰਕੇ ਘਿਓ 13 ਰੁਪਏ ਹੋ ਗਏ। ਫਿਰ ਉਸ ਤੋਂ ਬਾਅਦ ਫਿਰ ਚਿੱਟੀ ਖੰਡ ਲੈ ਕੇ ਆਉਂਦੇ ਹਨ, ਉਹ ਵੀ 3 ਰੁਪਏ ਲਾਉਂਦੇ ਹਨ। ਦੁਗਧ ਹੇਤ ਖਰਚੇ ਪੁਨ ਤੀਨੋ। 16 ਰੁਪਏ ਲਾ ਕਰਕੇ ਫਿਰ ਉਸ ਤੋਂ ਬਾਅਦ ਦੁੱਧ ਹਿੱਤ ਖਰਚੇ ਪੁਨ ਤੀਨੋਂ ਫਿਰ 3 ਰੁਪਏ ਦੁੱਧ ਵਾਸਤੇ ਸੋ ਦੁੱਧ ਖਰੀਦ ਕੇ ਲਿਆਉਂਦੇ ਹਨ। 19 ਰੁਪਏ ਹੋ ਗਏ ਹਨ। ਬਾਕੀ ਭਾਰ ਬਾਹ ਜਗਰਾਈ। ਤੇ ਬਾਕੀ ਜਿਹੜਾ 1 ਰੁਪਈਆ ਰਹਿੰਦਾ ਹੈ ਉਹ ਜਿਹੜਾ ਭਾਰ ਚੁੱਕਣ ਵਾਲਾ ਉਹਨੂੰ 1 ਰੁਪਈਆ ਦੇ ਦਿੰਦੇ ਹਨ ਭਾਰ ਚੁੱਕਣ ਸਾਰਾ ਸਮਾਨ ਚੁੱਕਣ ਵਾਸਤੇ। ਸਭੈ ਸੌਜਪੁਰ ਤੇ ਉਚਵਾਈ। ਅਤੇ ਫਿਰ ਉਸ ਵੇਲੇ ਸੋ ਸਾਰਾ ਸਮਾਨ ਚੱਕ ਕਰਕੇ ਸੰਤਨ ਟੇਕ ਗਮਨੇ ਜਗਰਾਈ। ਜਿੱਥੇ ਸੰਤਾਂ ਦਾ ਆਸ਼ਰਮ ਸੀ ਉੱਥੇ ਜਾ ਕਰਕੇ ਮੁੜ ਪਏ। ਸਭ ਸੰਭਾਰ ਮਹੰਤ ਅਗਾਰੀ। ਜਗਤ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਬੜੀ ਸੰਭਾਲ ਕਰਕੇ ਫਿਰ ਇਹ ਸਾਰਾ ਸਮਾਨ ਸੋ ਮਹੰਤ ਦੇ ਅੱਗੇ ਰੱਖ ਦਿੰਦੇ ਹਨ। ਧਰ ਬੈਸੇ ਸੇਵਕ ਸੁਖਕਾਰੀ। ਅਤੇ ਫਿਰ ਦੋਵੇਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਤੇ ਭਾਈ ਬਾਲਾ ਜੀ ਫਿਰ ਨਾਲ ਬਹਿ ਜਾਂਦੇ ਹਨ ਸੁੱਖਾਂ ਦੇ ਖਜ਼ਾਨੇ। ਦੀਜੈ ਆਇਸ ਹੋਏ ਰਸੋਈ। ਅਤੇ ਫਿਰ ਉਸ ਵਕਤ ਸਤਿਗੁਰੂ ਜੀ ਫਿਰ ਭਾਈ ਬਾਲੇ ਨੂੰ ਕਹਿੰਦੇ ਹਨ ਕਿ ਹੁਣ ਆਪਾਂ ਰਸੋਈ ਬਣਾਉਣਾ ਕਰੀਏ ਕਿ ਸਤਿਗੁਰਾਂ ਦੀ ਇੱਛਾ ਸੀ ਆਪ ਹੱਥੀ ਸੇਵਾ ਕਰੀਏ ਸੰਤਾਂ ਦੀ। ਇਹ ਸਾਨੂੰ ਵੀ ਸਿੱਖਿਆ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਆਪ ਹੱਥੀ ਸੇਵਾ ਕਰਨਾ ਚਾਹੁੰਦੇ ਸੀ। ਅਚਹਿ ਸੰਤ ਰੁਚ ਕਰਹਿ ਜਿਤੋਈ। ਪਰ ਉਸ ਵਕਤ ਫਿਰ ਸੋ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਜਿੰਨੀ ਵੀ ਰੁਚੀ ਹੋਊਗੀ ਸੰਤਾਂ ਦੀ ਉਹਨਾਂ ਵੀ ਬਣਾ ਕੇ ਛਕਾ ਲਾਂਗੇ। ਸੋਰਠਾ ਸੁਨ ਮਹੰਤ ਮਤਵੰਤ। ਤੇ ਜਿਹੜਾ ਮਹੰਤ ਸੀ ਉਹ ਬੜਾ ਬੁੱਧੀਵਾਨ ਸੀ। ਉਹਨੇ ਫਿਰ ਬਚਨ ਕਹਿਣਾ ਕੀਤਾ ਕਹੀ ਗਿਰਾ ਜਗ ਕੰਤ ਸੋ। ਜਗਤ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਰ ਅਚਵਹਿੰਗੇ ਸੰਤ। ਕਿ ਇਹ ਜਿਹੜੇ ਸੰਤ ਸਾਧੂ ਹਨ ਇੱਥੇ ਰਹਿਣ ਵਾਲੇ ਆਪ ਸਾਰਾ ਸੋ ਭੋਜਨ ਬਣਾ ਕਰਕੇ ਛਕ ਲੂਗੇ। ਤੁਮ ਗਮਨ ਹੋ ਪਰ ਆਪਣੇ। ਤੁਸੀਂ ਹੁਣ ਜਾ ਕਰਕੇ ਇਹ ਜੰਗਲ ਵਿੱਚੋਂ ਬਾਹਰ ਆਪਦੇ ਹੁਣ ਨਗਰੀ ਨੂੰ ਵਾਪਸ ਤੋਰੋ। ਤੁਸੀਂ ਤਲਵੰਡੀ ਵੱਲ ਜਾਓ ਹੁਣ ਵਾਪਸ। ਦੋਹਰਾ ਤਜ ਕਾਨਨ ਕਮਲਾਨਨ। ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਹਨ ਕਿ ਜਗਤ ਦੇ ਮਾਲਕ ਕਮਲ ਰੂਪੀ ਮੁਖ ਵਾਲੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਗਵਨੇ ਨਿਜਪੁਰ ਔਰ। ਫਿਰ ਉਸ ਵਕਤ ਜੰਗਲ ਛੱਡ ਕਰਕੇ ਰਾਜਪੁਰ ਦੀ ਤਲਵੰਡੀ ਵੱਲ ਮੁੜ ਗਏ। ਕਵ ਸੰਤੋਖ ਸਿੰਘ ਬੰਦਨਾ। ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕਰਦੇ ਹਨ। ਤਰ ਪਰ ਜੁਗ ਕਰ ਜੋਰ। ਦੋਵੇਂ ਹੱਥ ਸਿਰ ਧਰਤੀ ਤੇ ਰੱਖ ਕਰਕੇ ਆਪ ਦਾ ਸੀਸ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਦੇ ਹਾਂ। ਸਤ ਸੰਗਤ ਜੀ ਆਪਾਂ ਵੀ ਟੇਕੀਏ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਸ੍ਰੀ ਬਾਲਾ ਸੰਦੁਰਵਾਚ ਚੌਪਈ। ਦੋਹਰਾ ਸ੍ਰੀ ਅੰਗਦ ਅਰਬਿੰਦ ਪਦ। ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਹੁਣ ਫਿਰ ਮੰਗਲ ਕਰਦੇ ਹਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸ੍ਰੀ ਅੰਗਦ ਅਰਬਿੰਦ ਪਦ। ਸੋ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੇ ਚਰਨ ਕਮਲ ਹਨ
ਕਮਲ ਰੂਪੀ ਹਨ। ਆਨੰਦ ਕੰਦ ਮੁਕੰਦ ਆਨੰਦ ਸਰੂਪ ਸਤਿਗੁਰੂ ਜੀ, ਆਨੰਦ ਦੇ ਬੱਦਲ ਹਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ, ਅਤੇ ਮੁਕਤੀ ਦੇਣ ਵਾਲੇ ਹਨ। ਧਰ ਪਰ ਧਰ ਸਿਰ ਨਮਹਿ ਕਰ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਵੀ ਫਿਰ ਚਰਨਾਂ ਤੇ ਨਮਸਕਾਰਾਂ ਕਰਦੇ ਹਨ, ਦੋਵੇਂ ਹੱਥ ਜੋੜ ਕਰਕੇ ਧਰਤੀ ਤੇ ਮੱਥਾ ਟੇਕਦੇ ਹਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ। ਸ਼ਰਨ ਹਰਨ ਦੁਖ ਧੁੰਦ ਜਿਨ੍ਹਾਂ ਦੀ ਸ਼ਰਨ ਵਿੱਚ ਜਾ ਕਰਕੇ ਬਹੁਤ ਵੱਡੇ ਦੁੱਖ ਨਾਸ ਹੋ ਜਾਂਦੇ ਹਨ। ਸਾਧ ਸੰਗਤ ਜੀ ਆਪਾਂ ਵੀ ਟੇਕੀਏ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ। ਹਾਂਜੀ। ਸ੍ਰੀ ਬਾਲਾ ਸੰਧੁਰ ਵਾਚ ਸੋ ਭਾਈ ਬਾਲਾ ਜੀ ਸੰਧੂ ਗੋਤ ਦਾ ਕਥਾ ਸੁਣਾ ਰਿਹਾ ਹੈ ਖਡੂਰ ਸਾਹਿਬ ਦੀ ਧਰਤੀ ਵਿਖੇ। ਸਾਰੀ ਸੰਗਤ ਬੜੇ ਪ੍ਰੇਮ ਨਾਲ ਸਰਵਣ ਕਰ ਰਹੇ ਹਨ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਸਨਮੁਖ ਬੈਠ ਕਰਕੇ ਪੈੜਾ ਮੁਖਾ ਸਿੱਖ ਕਥਾ ਲਿਖ ਰਿਹਾ ਹੈ। ਚਉਪਈ ਜਬ ਹਮ ਗਮਨੇ ਤਿਨ ਕੋ ਤਿਆਰੀ। ਭਾਈ ਬਾਲਾ ਜੀ ਦੱਸ ਰਿਹਾ ਹੈ ਸੇ ਉਸ ਵੇਲੇ ਆਪਾਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਆਪਾਂ ਫਿਰ ਚਲੇ ਗਏ ਸੀ ਉਥੋਂ। ਬੋਲੇ ਸੰਤ ਗਿਰਾ ਅਨੁਰਾਗੀ। ਤੇ ਜਦੋਂ ਫਿਰ ਆਪਾਂ ਚਲੇ ਗਏ ਸੀ, ਜਿਹੜੇ ਨਾਲ ਸਾਧੂ ਸੀ ਮਹੰਤ ਦੇ, ਜਿਹੜੇ ਚੇਲੇ ਸੀ ਉੱਥੇ ਤਪੱਸਿਆ ਕਰਦੇ, ਉਹ ਕਹਿਣ ਲੱਗੇ ਆਪਦੇ ਮਹੰਤ ਨੂੰ ਕਿ ਬਹੁਤ ਸੋ ਪ੍ਰੇਮ ਵਾਲੇ ਸੀ, ਤੁਸੀਂ ਇਹਨਾਂ ਨੂੰ ਜਾਣ ਕਿਉਂ ਦੇ ਦਿੱਤਾ? ਆਰ ਬਲਾ ਲਗ ਬਾਲ ਸੁਚਾਲੀ। ਇਹ ਛੋਟੀ ਉਮਰ ਵਿੱਚ ਬਹੁਤ ਸੋ ਚੰਗੀ ਚਾਲ ਵਾਲੇ ਸੀ, ਛੋਟੀ ਉਮਰ ਵਿੱਚ ਬਹੁਤ ਪ੍ਰੇਮ ਕਰਨ ਵਾਲੇ ਸੀ, ਇਹਨਾਂ ਨੂੰ ਜਾਣ ਕਿਉਂ ਦਿੱਤਾ ਤੁਸੀਂ? ਗਿਰਾ ਵਿਰਾਗ ਭਗਤ ਪਲ ਸਾਲੀ। ਜਿਹੜੇ ਇਹਨਾਂ ਦੇ ਬਚਨ ਸੀ ਵਿਰਾਗ ਭਰੇ ਬਚਨ ਸੀ, ਭਗਤੀ ਵਾਲੇ ਬਚਨ ਸੀ ਅਤੇ ਗਿਆਨ ਵਾਲੇ ਬਚਨ ਸੀ। ਤੁਮ ਸੋ ਆਨ ਕੀਨ ਬਹੁ ਭਾਉ। ਤੇ ਆਪ ਜੀ ਦੇ ਨਾਲ ਬਹੁਤ ਸਾਰਾ ਪ੍ਰੇਮ ਪਿਆਰ ਪੈ ਗਿਆ ਸੀ ਇਹਨਾਂ ਨਾਲ। ਮ੍ਰਿਦੁਲ ਕਿਰਪਾਲ ਵਿਸਾਲ ਸੁਭਾਉ। ਜਿਹੜੇ ਚੇਲਿਆਂ ਨੇ ਇਸ ਤਰ੍ਹਾਂ ਆਪਦੇ ਮਹੰਤ ਨੂੰ ਬਚਨ ਕਰਦੇ ਹਨ ਕਿ ਮ੍ਰਿਦੁਲ ਕਿਰਪਾਲ ਵਿਸਾਲ ਸੁਭਾਉ, ਜਿਹੜਾ ਉਹਨਾਂ ਦਾ ਸੁਭਾਅ ਸੀ ਬੜਾ ਕੋਮਲ ਸੀ, ਕਿਰਪਾਲੂ ਸੁਭਾਅ ਸੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ। ਭੋਜਨ ਸੌਜ ਆਨ ਬਨ ਬੈਸੇ। ਅਤੇ ਉਹਨਾਂ ਨੇ ਬਹੁਤ ਹੀ ਪ੍ਰੇਮ ਵਿੱਚ ਆ ਕਰਕੇ ਭੋਜਨ ਨਗਰੀ ਤੋਂ ਲੈ ਕਰਕੇ ਸਾਰਾ ਖਰੀਦ ਕੇ ਆਪ ਜੀ ਨੂੰ ਲਿਆਉਣਾ ਕੀਤਾ ਹੈ। ਚਲਨ ਰਜਾਏ ਦੀਨ ਤੁਮ ਕੈਸੇ। ਤੇ ਤੁਸੀਂ ਕਿਉਂ ਆਗਿਆ ਦੇਤੀ ਇਹਨਾਂ ਨੂੰ ਜਾਣ ਵਾਸਤੇ, ਤੁਸੀਂ ਦੱਸਣਾ ਕਰੋ। ਸੁਨ ਮਹੰਤ ਬੋਲਿਓ ਪਰਬਾਨੀ। ਤੇ ਫਿਰ ਉਸ ਵਕਤ ਆਪਦੇ ਚੇਲਿਆਂ ਦੇ ਬਚਨ ਸੁਣ ਕਰਕੇ ਮਹੰਤ ਫਿਰ ਬੋਲਣ ਲੱਗਿਆ, ਕਹਿਣ ਲੱਗਿਆ ਇਹ ਕੋ ਪਰਮ ਪੁਰਖ ਸੁਖਦਾਨੀ। ਕਿ ਇਹ ਕੋ ਪਰਮ ਪੁਰਖ ਸੁਖਦਾਨੀ, ਇਹ ਪਰਮ ਪੁਰਖ ਸੀ, ਕੋਈ ਅਵਤਾਰੀ ਪੁਰਖ ਸੀ, ਸੁਖ ਦੇਣ ਵਾਲਾ, ਉਹ ਇਸ ਧਰਤੀ ਤੇ ਸੁਖ ਦੇਣ ਵਾਸਤੇ ਆਇਆ ਹੋਇਆ ਹੈ। ਕਲਾਵਾਨ ਗਿਆਨੀ ਗੁਣ ਖਾਨੀ। ਇਹ ਬਾਲਕ ਗੁਰੂ ਨਾਨਕ ਦੇਵ ਸਾਹਿਬ ਜੀ ਕਲਾਵਾਨ, ਬਹੁਤੀ ਸ਼ਕਤੀ ਵਾਲਾ ਸੀ, ਗਿਆਨੀ ਪੁਰਖ, ਗੁਣਾਂ ਦੇ ਖਜ਼ਾਨੇ ਸੀ। ਦੁਰਿਓ ਰਹਿ ਗਤ ਪਰ ਹੈ ਨ ਜਾਨੀ। ਤੇ ਇਹਨਾਂ ਦਾ ਇਹ ਜਿਹੜੀ ਇਹਨਾਂ ਦੀ ਸ਼ਕਤੀ ਹੈ, ਇਹ ਛੁਪਾ ਕਰਕੇ ਰੱਖਦੇ ਹਨ, ਕਿਸੇ ਨੂੰ ਬੜਾ ਦਿਖਾਉਂਦੇ ਨਹੀਂ, ਲੁਕੋ ਕਰਕੇ ਰੱਖਦੇ ਹਨ ਆਪਦੀ ਸ਼ਕਤੀ। ਭਇਓ ਅਸਹਿ ਮੁਝ ਤੇਜ ਪ੍ਰਭਾਉ। ਤੇ ਫਿਰ ਅਖੀਰ ਵਿੱਚ ਅਸਲ ਵਿੱਚ ਕਹਿਣ ਲੱਗੇ ਕਿ ਅਸਲ ਵਿੱਚ ਗੱਲ ਕੀ ਸੀ, ਜਿਹੜਾ ਉਹਨਾਂ ਦੇ ਮੱਥੇ ਤੇ ਬਹੁਤਾ ਹੀ ਤੇਜ ਪ੍ਰਤਾਪ ਸੀ, ਉਹ ਮੇਰੇ ਤੋਂ ਨਹੀਂ ਚੱਲਿਆ ਗਿਆ। ਯਾ ਤੇ ਦੀਨੀ ਜਾ ਨਰ ਜਾਓ। ਤੇ ਇਸੇ ਹੀ ਕਰਕੇ ਫਿਰ ਮੈਂ ਉਹਨਾਂ ਨੂੰ ਆਗਿਆ ਦੇਤੀ ਵੀ ਤੁਸੀਂ ਜਾਓ ਹੁਣ। ਅਸ ਕਹਿ ਤਪ ਕੀਨੋ ਪੁਨ ਅਸਨਾ। ਸੋ ਇਸ ਤਰ੍ਹਾਂ ਕਹਿ ਕਰਕੇ ਜਿਹੜੇ ਸਾਰੇ ਸਾਧੂ ਸੀ ਉਹ ਇਕੱਠੇ ਹੋ ਕਰਕੇ ਫਿਰ ਭੋਜਨ ਲੈ ਕਰਕੇ ਉਹ ਬਣਾਉਣ ਲੱਗ ਪਏ। ਖਾਣ ਲੱਗੇ ਸਵਾਦਨ ਲੈ ਰਸਨਾ। ਆਪ ਦੀ ਰਸਨਾ ਨੂੰ ਰਸ ਦੇਣ ਵਾਸਤੇ ਸਵਾਦ ਖਾਣਾ ਫਿਰ ਬਣਾਉਣਾ ਕੀਤਾ ਉਹਨਾਂ ਨੇ। ਸਿਤਾ ਕ੍ਰਿਤ ਮੇਲਿਓ ਸੰਗ ਪਾਇਸ। ਸੋ ਬਹੁਤੀ ਮਿੱਠੀ ਖੀਰ, ਸੋ ਘਿਓ ਅਖੰਡ ਮਿਲਾ ਕਰਕੇ ਖੀਰ ਬਣਾਉਣਾ ਕੀਤੀ। ਸੰਤ ਸ਼ੁਧਾਤੁਰ ਤ੍ਰਿਪਤੇ ਖਾਇਸ। ਤੇ ਜਿਹੜੇ ਸੰਤ ਸੀ ਉਹਨਾਂ ਨੇ ਸਾਰੇ ਰੱਜ ਕੇ ਛਕ ਲਿਆ, ਬਹੁਤ ਹੀ ਤ੍ਰਿਪਤ ਹੋ ਗਏ। ਮਨ ਪ੍ਰਸੀਦ ਹੋਇਆ ਬਚਨ ਬਖਾਨੇ। ਸਾਰਾ ਭੋਜਨ ਛਕ ਕਰਕੇ ਪ੍ਰਸੰਨ ਹੋਏ ਆਪਦੇ ਮਨ ਵਿੱਚ ਅਤੇ ਬਚਨ ਕਰਦੇ ਹਨ। ਇਹ ਕਰਤਾਰ ਪਨਿਓ ਹਮ ਜਾਣੈ। ਆਪਦੇ ਮਨ ਵਿੱਚ ਇਸ ਤਰ੍ਹਾਂ ਵਿਚਾਰ ਕਰਦੇ ਹਨ ਕਿ ਇਹ ਜਿਹੜਾ ਸਾਰਾ ਭੋਜਨ ਆਇਆ ਹੈ, ਇਹ ਕਰਤਾਰ ਨੇ ਹੀ ਭੇਜਿਆ ਹੋਣਾ ਹੈ, ਅਕਾਲ ਪੁਰਖ ਵਾਹਿਗੁਰੂ ਅਸਤਰੀ, ਇਸ ਤਰ੍ਹਾਂ ਸਮਝਦੇ ਹਾਂ। ਕਿਦਾਉ ਸਰੀਰ ਧਾਰ ਕਰਤਾਰ। ਜਾਂ ਤਾਂ ਫਿਰ ਅਕਾਲ ਪੁਰਖ ਵਾਹਿਗੁਰੂ ਕਰਤਾਰ ਜੀ ਨੇ ਆਪ ਸਰੀਰ ਧਾਰਨ ਕਰਕੇ ਬਾਲਕ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਰੂਪ ਵਿੱਚ ਆ ਕਰਕੇ ਭੋਜਨ ਸਾਨੂੰ ਦੇਣਾ ਕੀਤਾ ਹੈ। ਆਨ ਲੀਨ ਸੁਧ ਦੀਨ ਆਹਾਰਾ। ਅਤੇ ਉਹਨਾਂ ਨੇ ਆ ਕਰਕੇ ਬਹੁਤ ਹੀ ਪ੍ਰੇਮ ਨਾਲ ਫਿਰ ਭੋਜਨ ਦੇਣਾ ਕੀਤਾ ਹੈ। ਸਪਤ ਦਿਵਸ ਕੇ ਸ਼ੁੱਧ ਸੰਤਾਏ। ਕਿਉਂ ਕਰਕੇ 7 ਦਿਨ ਹੋ ਗਏ ਹਨ ਆਪਾਂ ਬਹੁਤ ਹੀ ਭੁੱਖੇ ਸੀ,
ਤੇ ਦੁੱਖ ਹੋ ਰਿਹਾ ਸੀ ਸਾਨੂੰ। ਆਪ ਭੋਜਨ ਕਰ ਹਮ ਤ੍ਰਿਪਤਾਏ। ਅਤੇ ਇਹ ਸਾਰਾ ਹੁਣ ਭੋਜਨ ਛਕ ਕਰਕੇ ਬਹੁਤ ਹੀ ਪ੍ਰਸੰਨ ਹੋ ਗਏ ਹਾਂ, ਤ੍ਰਿਪਤ ਹੋ ਗਏ ਹਾਂ। ਇਤ ਸ੍ਰੀ ਨਾਨਕ ਪੁਰ ਦਿਸ਼ ਗਵਨੂ। ਤੇ ਇਧਰੋਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੋ ਆਪ ਦੇ ਰਾਏਪੁਰ ਦੀ ਤਲਵੰਡੀ ਵੱਲ ਤੁਰੇ ਜਾ ਰਹੇ ਹਨ। ਅੱਧਾ ਕੁ ਰਸਤਾ ਹਾਂਜੀ ਅਰਧ ਪੰਥ ਪਹੁੰਚੇ ਗੁਣ ਭਵਨੂ। ਸੋ ਗੁਣਾਂ ਦੇ ਖਜ਼ਾਨੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਅੱਧਾ ਕੁ ਰਸਤਾ ਵਿੱਚ ਪਹੁੰਚ ਗਏ ਹਨ। ਸੋਚ ਵਿਮੋਚਨ ਸੋਚਣ ਲਾਗੇ। ਅਤੇ ਜਿਹੜੇ ਸੋਚਾਂ ਨੂੰ ਨਾਸ ਕਰਨ ਵਾਲੇ ਹਨ ਸੋ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਆਪ ਦੀ ਖੇਡ ਖੇਡ ਰਹੇ ਹਨ। ਸੋਚ ਵਿਮੋਚਨ ਸੋਚ ਵਿਚਾਰੇ ਸੋਚਾਂ ਨੂੰ ਨਾਸ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਆਪ ਆਪਦੇ ਮਨ ਵਿੱਚ ਸੋਚਣ ਲੱਗੇ ਹਨ, ਆਪ ਦੀ ਖੇਡ ਖੇਡ ਰਹੇ ਹਨ। ਹਟਕਤ ਚਿਤ ਪਗ ਪਰ ਹਨ ਆਗੇ। ਅਤੇ ਆਪਦੇ ਹਿਰਦੇ ਵਿੱਚ ਹੁਣ ਬੜੀ ਚਿੰਤਾ ਕਰਦੇ ਹਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ, ਅੱਗੇ ਪੈਰ ਨਹੀਂ ਧਰਦੇ ਤਲਵੰਡੀ ਵੱਲ। ਚਿੰਤਾ ਤੁਰਸੇ ਹੋਇਆ ਗੁਣ ਖਾਨੀ। ਗੁਣਾਂ ਦੇ ਖਜ਼ਾਨੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਆਪਦੇ ਮਨ ਵਿੱਚ ਬਹੁਤ ਹੀ ਚਿੰਤਾ ਕਰਦੇ ਹਨ, ਪਰ ਇਹ ਸਾਰੀ ਖੇਡ ਸਤਿਗੁਰੂ ਜੀ ਖੇਡ ਰਹੇ ਹਨ। ਬੋਲੇ ਮੁਝ ਸੋ ਅਸ ਬਿਦਬਾਨੀ। ਅਤੇ ਫਿਰ ਭਾਈ ਬਾਲਾ ਜੀ ਸੋ ਕਥਾ ਸੁਣਾ ਰਿਹਾ ਹੈ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਇਹ ਸਤਿਗੁਰੂ ਜੀ। ਫਿਰ ਸਤਿਗੁਰੂ ਉਸ ਵਕਤ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇਸ ਤਰ੍ਹਾਂ ਫਿਰ ਮੈਨੂੰ ਬਚਨ ਕਹਿਣਾ ਕੀਤੇ। ਇਹ ਕੀਨੋ ਕਿਆ ਹਮ ਨੇ ਕਾਮਾ। ਸਹੇ ਭਾਈ ਬਾਲਿਆ ਇਹ ਜਿਹੜਾ ਕੰਮ ਆਪਾਂ ਕਰਕੇ ਆਇਆ ਕੀ ਕੰਮ ਕਰਕੇ ਆ ਗਏ ਹਾਂ ਆਪਾਂ। ਉੱਤਰ ਕੋ ਤੈ ਹੈ ਚਲ ਧਾਮਾ। ਤੇ ਇਸ ਤਰ੍ਹਾਂ ਫਿਰ ਸਤਿਗੁਰਾਂ ਨੇ ਸੋ ਕਹਿਣਾ ਕੀਤਾ ਤੇ ਉੱਤਰ ਫਿਰ ਇਸ ਤਰ੍ਹਾਂ ਦੇਣਾ ਕੀਤਾ ਭਾਈ ਬਾਲੇ ਨੇ। ਬਿਦ ਕੋ ਅਦਕ ਕ੍ਰੋਧ ਉਪਜੈ ਹੈ। ਕਿਉਂ ਕਰਕੇ ਭਾਈ ਬਾਲਾ ਜੀ ਕਹਿੰਦਾ ਹੈ ਕਿ ਜਿਹੜਾ ਤੁਹਾਡਾ ਪਿਤਾ ਹੈ ਬਹੁਤ ਹੀ ਕ੍ਰੋਧ ਵਾਲਾ ਹੈ। ਮੁਝ ਤੁਝ ਸੋ ਦੇ ਗਾਰ ਲਰੈ ਹੈ। ਤੇ ਮੈਨੂੰ ਤਾਂ ਲੱਗਦਾ ਹੈ ਘਰੇ ਜਾ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੱਸਦੇ ਹਨ ਕਿ ਪਿਤਾ ਜੀ ਬਹੁਤ ਹੀ ਕ੍ਰੋਧ ਵਾਲੇ ਹਨ। ਜਦੋਂ ਆਪਾਂ ਘਰੇ ਜਾਵਾਂਗੇ ਸਾਨੂੰ ਦੋਨਾਂ ਨੂੰ ਬਹੁਤ ਹੀ ਗਾਲਾਂ ਕੱਢਣਗੇ। ਆਪਾਂ ਕੀ ਕੰਮ ਕਰਕੇ ਆ ਗਏ ਹਾਂ। ਮੈਂ ਭਾਖਿਓ ਕਿਛ ਦੋਸ਼ ਨਾ ਮੇਰੋ। ਪਰ ਭਾਈ ਬਾਲਾ ਜੀ ਕਹਿੰਦਾ ਹੈ ਕਿ ਫਿਰ ਮੈਂ ਇਸ ਤਰ੍ਹਾਂ ਫਿਰ ਬਚਨ ਕੀਤਾ ਸਤਿਗੁਰਾਂ ਨੂੰ ਕਿ ਹੇ ਸਤਿਗੁਰੂ ਜੀ ਹੁਣ ਮੈਨੂੰ ਨਾ ਦੋਸ਼ ਦਿਓ, ਮੇਰਾ ਕੋਈ ਦੋਸ਼ ਨਹੀਂ ਇਹਦੇ ਵਿੱਚ। ਤੁਮ ਕੋ ਬਰਜ ਰਹਿਓ ਬਹੁਤੇਰੋ। ਮੈਂ ਤਾਂ ਤੁਹਾਨੂੰ ਦੱਸਦਾ ਸੀ ਵੀ ਇਸ ਤਰ੍ਹਾਂ ਦਾ ਨਹੀਂ ਵਣਜ ਵਪਾਰ ਕਰਨਾ, ਮੈਂ ਤੁਹਾਨੂੰ ਰੋਕਦਾ ਸੀ। ਆਪ ਜਾਣ ਕੈ ਕੀਨ ਕੋ ਕਾਜੂ। ਤੁਸੀਂ ਆਪ ਜਾਣ ਕੇ ਸੋ ਤੁਹਾਨੂੰ ਪਤਾ ਸੀ ਜੀ ਬਾਬਾ ਕਾਲੂ ਜੀ ਦੇ ਉਲਟ ਆਪਾਂ ਜਾ ਰਹੇ ਹਾਂ, ਤੁਸੀਂ ਆਪ ਕੰਮਕਾਰ ਕੀਤਾ ਹੈ। ਚਿਤ ਕਿਉ ਚਿੰਤ ਧਰੀ ਤੁਮ ਆਜੂ। ਪਰ ਹੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਬਾਬਾ ਕਾਲੂ ਜੀ ਹੁਣ ਬਹੁਤੀ ਚਿੰਤਾ ਕਰਨਗੇ ਆਪਦੇ ਹਿਰਦੇ ਵਿੱਚ। ਆਪ ਜਿਮ ਹੋਏ ਸਹੁ ਸੋ ਰੀਤੀ। ਸੋ ਜਿਸ ਤਰ੍ਹਾਂ ਹੁਣ ਰੀਤੀ ਹੋਵੇਗੀ, ਜਿਸ ਤਰ੍ਹਾਂ ਹੋਵੇਗਾ ਹੁਣ ਤੁਸੀਂ ਸਹਾਰ ਲਿਓ ਜਾ ਕੇ। ਜਿਸ ਤਰ੍ਹਾਂ ਬਾਬਾ ਕਾਲੂ ਜੀ ਕਰਨਗੇ ਘਰੇ ਜਾ ਕਰਕੇ ਉਹ ਸਹਾਰ ਲਿਓ ਤੁਸੀਂ। ਸੁਧੀ ਹੋਏ ਅਥਵਾ ਵਿਪਰੀਤੀ। ਭਾਈ ਬਾਲਾ ਜੀ ਸੋ ਦੱਸ ਰਿਹਾ ਹੈ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਹੁਣ ਜਿੱਦਾਂ ਵੀ ਹੋਵੇਗਾ ਤੁਸੀਂ ਹੁਣ ਉਹ ਸਹਾਰ ਲਿਓ, ਭਾਵੇਂ ਚੰਗਾ ਹੋ ਜਾਵੇ ਭਾਵੇਂ ਮਾੜਾ ਹੋ ਜਾਵੇ, ਜਿੱਦਾਂ ਵੀ ਹੋਵੇਗਾ ਘਰੇ ਜਾ ਕੇ ਬਾਬਾ ਕਾਲੂ ਜੀ ਜਿਸ ਤਰ੍ਹਾਂ ਕਰਨਗੇ ਉਦਾਂ ਸਹਾਰ ਲਿਓ। ਸੋ ਇੱਥੇ ਹੁਣ ਕਥਾ ਦੀ ਸਮਾਪਤੀ ਕਰਾਂਗੇ। ਅਗਲੇ ਹਫਤੇ ਆਪਾਂ ਸਰਵਣ ਕਰਾਂਗੇ ਕਿਸ ਤਰ੍ਹਾਂ ਬਾਬਾ ਕਾਲੂ ਜੀ ਨੂੰ ਪਤਾ ਲੱਗਦਾ ਤੇ ਕਿਸ ਤਰ੍ਹਾਂ ਬਾਬਾ ਕਾਲੂ ਜੀ ਫਿਰ ਕਰਦੇ ਹਨ ਸਤਿਗੁਰਾਂ ਨਾਲ। ਤੇ ਇਸ ਹੀ ਤਰ੍ਹਾਂ ਇੱਥੇ ਕਥਾ ਦੀ ਸਮਾਪਤੀ ਹੈ। ਸੰਖੇਪ ਰੂਪ ਵਿੱਚ ਇੰਗਲਿਸ਼ ਵਿੱਚ ਦੱਸਦੀ ਹੈ। So Bhai Balaji and Sadguru Guru Nanak Dev Sahib Ji Maharaj Ji have gone to that jungle where the dera is of the sadhus, where they're doing tapasya. And at that point, the Mahant, so the 20 rupees that Sri Guru Nanak Dev Sahib Ji Maharaj Ji and Bhai Balaji was sent by Baba Kalu Ji with, they took that to the dera. And at that point, Sri Guru Nanak Dev Sahib Ji Maharaj Ji said to Bhai Balaji that this vapar, this business, this is the best business that we can do, is doing the seva of these sadhus by buying them food. So at that point, Bhai Balaji said that Baba Kalu Ji, their father, are going to be angry to hear this. But they gave the 20 rupees to Sri Guru Nanak Dev Sahib Ji in their hands, and Sri Guru Nanak Dev Sahib Ji Maharaj Ji take them 20 rupees and give them to the Mahant, and then they sit with the Mahant and they have a vichar with the Mahant. And Sadguru Guru Nanak Dev Sahib Ji Maharaj Ji ask the Mahant that you sit here and you don't eat anything and you do this cutting tapasya. And then the Mahant describes to Sri Guru Nanak Dev Sahib Ji that we are here and we're doing the Bhakti of Akal Purkh Vaheguru, and that we don't have no prem, we don't have love in the worldly stuff, we keep everything very simple. And at that point, Sri Guru Nanak Dev Sahib Ji Maharaj Ji become happy to hear this, and they say to Bhai Balaji that we have come to the right place, this is the best place that we can do our part. And then at that point,
the Mahant say to Guru Nanak Dev Sahib Ji Maharaj that it seems that your father has sent you to do a business deal and not to just give this to us. And Sri Guru Nanak Dev Sahib Ji Maharaj Ji say to the Mahant at that point that we've been told to do the most profitable business, and the most profitable business is what we are doing now, is doing the seva of sadhus. This is the most profitable business for us. And then at that point the Mahant says, now if you have made your mind up, then take these 20 rupees into the Nagari where you can buy things, and go buy food for us then. And then at that point Sri Guru Nanak Dev Sahib Ji Maharaj and Bhai Balaji go and they take the 20 rupees, and where they buy atta, they buy chaul, they buy kyo, they buy sugar, and they buy some dud for the sadhus. And then with the 1 rupiah that was left, they bought somebody to help them bring all the saman back to the dera. So Bhai Balaji and Sri Guru Nanak Dev Sahib Ji Maharaj go get all the stuff and they bring it back. And at that point Sri Guru Nanak Dev Sahib Ji Maharaj, he puts all the food that they have bought in front of the Mahant, and they say to the Mahant that we will now make a rasoi, we will make a kitchen, and we will prepare the food ourselves for you. Because Sri Guru Nanak Dev Sahib Ji Maharaj is giving us a teaching here that doing the Hathi Seva of the Sadhu Sangat of Sant Mahatma, that is the most profitable business. But at that point the Sadhu Sant says that now that you have brought the food, now you should go back to the Talwandi where you came from. And so at that point, manning the hukum of the Mahant, so Bhai Balaji and Sri Guru Nanak Dev Sahib Ji Maharaj set off back, and the Sadhu Mahant say, they go back, and then the Sadhu Mahant get the food and they make their kheer, they make the food, and they become very happy and full with all the food that they've eaten of Sri Guru Nanak Dev Sahib Ji Maharaj Ji. And they say that we believe that Akal Purkh Waheguru themselves has sent these people to bring us the food because we were doing the tapasya, and they say that Akal Purkh Waheguru has sent this. And here on this side, Sri Guru Nanak Dev Sahib Ji Maharaj and Bhai Balaji have come halfway, and they're walking back to Talwandi, and Sri Guru Nanak Dev Sahib Ji, in their own hukam, in their own game of this world that they have made, they are playing this game, and then they start. So they say to Bhai Balaji that what have we done here? They become very chinta, they become very worried, because obviously when they go back, Baba Mehta Kaluji is going to be very angry with them that they have not done the business deal that they had sent them to do. And then when they go back, Bhai Balaji says that to Sri Guru Nanak Dev Sahib Ji Maharaj that I was warning you to not do the business deal here, and now when we go back, whatever happens with Baba Kaluji, we will have to deal with it there. Whatever happens, we will have to deal with it. So that is where the Katha was Samapat. And the way the Sadhu Lok worked was they would do the tapasya, and whatever somebody would bring, they wouldn't ask people for food or clothes. Whatever somebody would bring, they would take that. And that's why they said to Sri Guru Nanak Dev Sahib Ji, that's why they believed that Akal Purkh Waheguru had sent them themselves. Even Sadguru Guru Granth Sahib Ji Maharaj Ji फरमाते हैं पूर्व कर्म अंकुर जब प्रगटे पेट्यो पुरख रसक बैरागी मिट्यो अंधेर मिलत हर नानक जन्म जन्म की सोई जागी। कि ਜਦੋਂ ਸਾਡੇ ਪੂਰਬਲੇ ਕਰਮ ਜਾਗਦੇ ਹਨ ਉਦੋਂ ਹੀ ਫਿਰ ਸਾਨੂੰ ਸੁਭਾਗਾ ਸਮਾਂ ਜਿਸ ਤਰ੍ਹਾਂ ਆਪਾਂ ਸਤ ਸੰਗਤ ਵਿੱਚ ਬੈਠੇ ਹਾਂ ਉਦੋਂ ਹੀ ਫਿਰ ਆਪਾਂ ਸਾਡਾ ਸੁਭਾਗਾ ਸਮਾਂ ਪ੍ਰਾਪਤ ਹੁੰਦਾ ਹੈ। ਤੇ ਇਸੇ ਹੀ ਤਰ੍ਹਾਂ ਜਿਹੜੇ ਸਾਧੂ ਲੋਕ ਸੀ ਉਹ ਇਸ ਤਰ੍ਹਾਂ ਸੋਚਦੇ ਸੀ ਕਿ ਜਦੋਂ ਸਾਡੇ ਪੂਰਬਲੇ ਕਰਮ ਜਾਗਦੇ ਹਨ ਉਦੋਂ ਹੀ ਸਾਨੂੰ ਖਾਣਾ ਕੱਪੜਾ ਮਿਲਦਾ ਹੈ। ਤਾਂ ਹੀ ਕਰਕੇ ਉਹ ਆਪਦੇ ਮਨ ਵਿੱਚ ਸੋਚਦੇ ਸੀ ਕਿ ਅਕਾਲ ਪੁਰਖ ਵਾਹਿਗੁਰੂ ਨੇ ਆਪ ਇਹ ਸਾਰਾ ਭੋਜਨ ਸਾਨੂੰ ਭੇਜਣਾ ਕੀਤਾ ਹੈ ਪ੍ਰਸੰਨ ਹੋ ਕਰਕੇ। So that is why they believe that Akal Purkh Waheguru has brought this food for them. And then towards the end, like we said, Bhai Balaji and Sri Guru Nanak Dev Ji are going back, and Bhai Balaji say to Sri Guru Nanak Dev Sahib Ji Maharaj that whatever happens, happens now, we will see when we get back. That is the samapti of this week's katha. So ਇੱਥੇ ਕਥਾ ਕਰਦੇ ਹੋਇਆ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਹਨ। ਆਪਦਾ ਅਣਜਾਣ ਬੱਚਾ ਸਮਝ ਕਰਕੇ ਮਾਫ ਕਰ ਦਿਓ। ਸੀਸ ਬਖਸ਼ਿਓ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਰੱਖੋ। ਇਸੇ ਤਰ੍ਹਾਂ ਨਿਰਵਿਘਨਤਾ ਸਹਿਤ ਕਥਾ ਕਰਵਾਉਂਦੇ ਰਹੋ। सो अखीरले 2 पंक्तियां पढ़ करके कथा की समाप्ति करिए जी। लेखा कथा न छूटी खिन खिन पूलन हार बक्सन हार बक्सला नानक पार उतार। आप जान कै कीन को काजू चित क्यों चिंत तरी तुम आजू। अब जिम होए सहो सो रीति सुधी होए अथवा विपरीति। वाहिगुरु जी का खालसा वाहिगुरु जी की फतेह। हे गोबिंद हे गोपाल हे दयाल लाल प्राणनाथ नाथ सखे दीन दर्द निवार। हे समरथ अगम पूरन मोहे मया तार। अंधकूप महापयान नानक पार उतार।
हे अच्युत हे पार ब्रह्म अविनाशी अगनास हे पूरन हे सर्वमय दुख पंजन गुणतास हे संगी हे निरंकार हे निर्गुण सब टेक हे गोविंद हे गुण निदान जाका सदा विवेक हे अपरंपर हर हरे हह पी होवनहार हे संतह क सदा संग निधारा आधार हे ठाकुर हो दासरो मैं निर्गुण गुण नहीं कोय नानक दीजै नाम दान राखो हिय परोए आए प्रभ शरणागति कृपा निध दयाल एक अखर हर मन बसत नानक होत निहाल वाहिगुरु नाम जहाज है चढ़े उतरे पार जो सरदा कर सेवते गुर पार उतारन हार वाहिगुरु नाम जहाज है चढ़े सोतरे पार जो सरदा कर सेवते गुर पार उतारन हार वाहिगुरु जी का खालसा वाहिगुरु जी